ਤਾਂ ਰੋਜ਼ ਇੱਦਾਂ 45 ਮਿੰਟ ਭੰਗੜਾ ਪਾ ਕੇ ਇੱਦਾਂ ਪੂਰੇ ਜੋਸ਼ ਨਾਲ ਕਰਕੇ ਨਾ ਤੁਸੀਂ ਇੱਕ ਮਹੀਨੇ 'ਚ ਆਪਣਾ 5-10 ਕਿਲੋ ਵਜਨ ਘਟਾ ਸਕਦੇ ਹੋ ਤੁਸੀਂ ਬੜੀ ਈਜ਼ੀਲੀ। ਪਰ ਹੁੰਦਾ ਕੀ ਹੈ, ਬੰਦਾ ਇੱਥੋਂ ਕਰਕੇ ਜਾ ਕੇ ਲੱਡੂ ਖਾ ਲਓ, ਕੋਈ ਮਿੱਠੀ ਚੀਜ਼ ਦੇ ਦਿਓ, ਉਹਦੇ ਨਾਲ ਫਿਰ ਜਿਹੜੀ ਵੇਟ ਹੈ ਨਾ, ਜਿੱਦਾਂ ਹੁਣ ਅਸੀਂ ਐਕਸਰਸਾਈਜ਼ ਕਰਨ ਤੋਂ ਬਾਅਦ ਅਗਰ ਮਿੱਠਾ ਖਾਂਦੇ ਹਾਂ ਤਾਂ ਸਾਡਾ ਵੇਟ ਘਟਣ ਦੀ ਵੇ ਬੜੀ ਤੇਜ਼ੀ ਨਾਲ ਵੱਧਦਾ ਹੈ, ਕਿਉਂਕਿ ਇਸ ਵੇਲੇ ਸਾਡਾ ਬਲੱਡ ਜਿਹੜਾ ਨਾ ਉਹ ਗਰਮ ਹੋਇਆ ਹੁੰਦਾ, ਸਾਡੀ ਬਾਡੀ ਜਿਹੜੀ ਹੈ ਨਾ ਪੂਰੀ। ਹੁਣ ਜਿਹੜੀ ਚੀਜ਼ ਅਸੀਂ ਖਾਣੀ ਉਹ ਫਟਾਫਟ ਲੱਗਣੀ ਹੈ ਸਾਡੀ ਬਾਡੀ ਨੂੰ। ਇਸ ਕਰਕੇ ਅਗਰ ਤੁਸੀਂ ਸਿਰਫ ਪਾਣੀ ਪੀਂਦੇ ਹੋ ਤਾਂ ਫਿਰ ਉਹ ਤੁਹਾਡੀ ਬਾਡੀ ਨਾਲ ਤੁਹਾਡੇ ਅੰਦਰ ਜਿਹੜੀ ਫੈਟ ਹੈ ਉਹਨੂੰ ਕੰਜ਼ਿਊਮ ਕਰਨਾ ਸ਼ੁਰੂ ਕਰ ਦੇਣਾ ਹੈ, ਔਰ ਤੁਹਾਡੀ ਫੈਟ ਰਿਡਿਊਸ ਹੋਣੀ ਸ਼ੁਰੂ ਹੋ ਜਾਣੀ ਹੈ। ਇਸ ਲਈ ਇਹ ਅੱਛੀ ਇੱਕ ਭੰਗੜਾ ਪਾ ਕੇ ਦਿਲ ਵੀ ਖੁਸ਼ ਹੋ ਜਾਂਦਾ ਹੈ, ਸਮਝੇ ਹੋ, ਕਿ ਨੱਚ ਕੇ ਦਿਲ ਵੀ ਖੁਸ਼ ਹੋ ਜਾਂਦਾ ਹੈ ਤਾਂ ਬਾਡੀ ਵੀ ਫਿੱਟ ਹੋ ਜਾਂਦੀ ਹੈ। ਇਸ ਲਈ ਇਹ ਪ੍ਰਭਾਤ ਫੇਰੀਆਂ ਚੈੱਕ ਕਰਿਆ ਕਰੋ, ਸ਼ੁਰੂ 'ਚ ਕਿੰਨਾ ਵੇਟ ਹੁੰਦਾ ਤਾਂ ਬਾਅਦ ਵਿੱਚ ਕਿੰਨਾ ਵੇਟ ਹੁੰਦਾ ਨਾ। ਅਗਰ ਤੁਸੀਂ ਸਹੀ ਡਾਈਟ ਨਾਲ ਚਲੋ ਥੋੜ੍ਹਾ ਜਿਹਾ ਤਾਂ ਤੁਹਾਨੂੰ ਆਪਣੇ ਆਪ ਨੂੰ ਬੜਾ ਫਿੱਟ ਜਿਹੇ ਫੀਲ ਕਰੋਗੇ ਤੁਸੀਂ ਕਿ ਅਸੀਂ ਬੜੇ ਫਿੱਟ ਹਾਂ, ਸਮਝਦੇ ਹੋ। ਕਿਉਂਕਿ ਕਈ ਵੇਲੇ ਅਸੀਂ ਆਪਣੀਆਂ ਨਾ ਫੋਟੋਆਂ ਦੇਖਦੇ 2000 ਵਾਲੀਆਂ ਫੋਟੋਆਂ, 2001 ਜਾਂ 2002 ਦੀ, ਅਸੀਂ ਉਹ ਫੋਟੋ ਦੇਖ ਕੇ ਅੱਜ ਸਾਨੂੰ ਹੈਰਾਨੀ ਹੁੰਦੀ ਹੈ, ਇੱਦਾਂ ਦੇ ਸੀਗੇ ਅਸੀਂ। ਅੱਜ ਸਾਨੂੰ ਲੱਗਦਾ ਅਸੀਂ ਬਹੁਤ ਜ਼ਿਆਦਾ ਫਿੱਟ ਹਾਂ, ਔਰ ਹਰ ਪਲ ਸਾਨੂੰ ਲੱਗਦਾ ਕਿ ਅੱਗੇ ਨਾਲੋਂ ਫਿੱਟ ਹੋ ਰਹੇ। ਇਹ ਜ਼ਿੰਦਗੀ ਹੈ। ਹੁਣ ਅਸੀਂ ਦਰਸ਼ਨ ਨੂੰ ਪੁੱਛਣਾ ਚਾਹਾਂਗੇ, ਜਦੋਂ ਫੌਜ 'ਚ ਹੁੰਦਾ ਸੀ ਇੱਦਾਂ ਦਾ ਹੀ ਸੀ ਜਾਂ ਕੁਛ ਸੀਗਾ ਸਲਿਮ ਟ੍ਰਿਮ ਮੈਨ, ਮਤਲਬ ਫਿੱਟ? 52 ਕਿਲੋ ਭਾਰ ਸੀ ਤੇਰਾ? ਆਪਣਾ ਦੱਸਦਾ ਜਾਂ ਇਹ ਤਾਂ ਘੱਟ ਸੀ? ਕਿ ਹਾਈਟ ਦੇ ਹਿਸਾਬ ਨਾਲ ਵੇਟ, ਇੱਕ ਹਾਈਟ ਦਾ ਨਾ, ਹਾਈਟ ਦੇ ਹਿਸਾਬ ਨਾਲ ਸਾਇੰਸ ਨੇ ਅੱਜ ਉਹ ਕੱਢਿਆ ਹੋਇਆ ਕਿ ਚਾਰਟ ਕੱਢਿਆ ਹੋਇਆ ਹੈ ਕਿ ਅਗਰ ਤੁਹਾਡਾ ਇੰਨਾ ਹਾਈਟ ਹੈ ਤਾਂ ਇਹਦੇ ਹਿਸਾਬ ਨਾਲ ਇੰਨਾ ਵੇਟ ਅਗਰ ਘੱਟ ਹੈ ਤਾਂ ਕਮਜ਼ੋਰ ਹੋ, ਅਗਰ ਵੱਧ ਹੈ ਤਾਂ ਤੁਸੀਂ ਓਵਰ ਹੋ। ਇਸ ਲਈ ਜਿੱਦਾਂ ਗੱਡੀ ਦੀ ਹਾਊਸ ਪਾਵਰ ਹੁੰਦੀ ਨਾ, ਕਿ ਅਗਰ ਇੱਕ ਗੱਡੀ ਦੀ ਕਪੈਸਿਟੀ 7 ਸੀਟਰ ਹੈ ਤਾਂ ਉਹ 'ਚ ਕਿੰਨਾ ਵੇਟ ਅਸੀਂ, ਜਿੱਦਾਂ ਇੱਕ ਟਰੱਕ ਦੇ ਵਿੱਚ ਅਸੀਂ ਹੁੰਦਾ ਕਿ ਕਿੰਨਾ ਵੇਟ ਅਸੀਂ ਇਹ 'ਚ ਰੱਖ ਕੇ ਲਿਜਾ ਸਕਦੇ ਹਾਂ, ਕਿੰਨੇ ਟਨ, ਕਿੰਨੇ ਕੁਆਂਟਲ। ਅਗਰ ਉਸ ਤੋਂ ਜ਼ਿਆਦਾ ਲਿਜਾਂਦੇ ਤਾਂ ਉਹ ਗੱਡੀ ਵਾਸਤੇ ਨੁਕਸਾਨਦਾਇਕ ਹੈ, ਅਗਰ ਘੱਟ ਤਾਂ ਫਿਰ ਤਾਂ ਠੀਕ ਹੈ, ਪਰ ਉਹ ਪੂਰਾ ਹੋਣਾ ਚਾਹੀਦਾ, ਫਿਰ ਮਜ਼ਾ ਆਉਂਦਾ ਹੈ। ਇਸ ਲਈ ਜ਼ਿੰਦਗੀ 'ਚ ਹਰ ਚੀਜ਼ ਦਾ ਇੱਕ ਨਿਯਮ ਹੋਣਾ ਚਾਹੀਦਾ, ਡਿਸਪਲਿਨ, ਐਂਡ ਫਿਰ ਜ਼ਿੰਦਗੀ ਮਜ਼ੇਦਾਰ ਹੈ, ਫਿਰ ਜ਼ਿੰਦਗੀ 'ਚ ਖੁਸ਼ੀ ਹੈ, ਫਿਰ ਜ਼ਿੰਦਗੀ 'ਚ ਆਨੰਦ ਹੈ। ਔਰ ਤੁਹਾਨੂੰ ਸਰੀਰਕ, ਮਾਨਸਿਕ ਔਰ ਅਧਿਆਤਮਿਕ ਤੌਰ 'ਤੇ ਫਿੱਟ ਹੀ ਤਾਂ ਬਣਾਉਣਾ ਚਾਹੁੰਦੇ ਹਾਂ ਅਸੀਂ, ਸਮਝਦੇ ਹੋ ਕਿ ਨਹੀਂ? ਐਂਡ ਸਟਰੋਂਗ ਹੋਵੋ ਤੁਸੀਂ, ਮੈਂਟਲੀ ਤੌਰ 'ਤੇ ਵੀ ਸਟਰੋਂਗ ਹੋਵੋ, ਸਰੀਰਕ ਤੌਰ 'ਤੇ ਵੀ ਸਟਰੋਂਗ ਹੋਵੋ ਤੁਸੀਂ, ਫਿਰ ਮਜ਼ਾ ਆਉਂਦਾ ਜ਼ਿੰਦਗੀ ਦਾ। ਕਿਉਂਕਿ ਕਮਜ਼ੋਰਾਂ ਵਾਸਤੇ ਦੇਖਿਆ ਜ਼ਿੰਦਗੀ ਨਹੀਂ ਹੈ। ਅਗਰ ਜੀਵਨ ਦਾ ਆਨੰਦ ਲੈਣਾ ਤਾਂ ਕਮਜ਼ੋਰਾਂ ਵਾਸਤੇ ਜੀਵਨ ਦਾ ਆਨੰਦ ਨਹੀਂ ਹੈ। ਜਿਹੜੇ ਜਿੱਦਾਂ ਕਹਿ ਲਈਏ, ਇੱਕ ਹੁੰਦਾ ਸਾਹਸੀ, ਇੱਕ ਹੁੰਦਾ ਡਰਪੋਕ। ਸੋ ਅਸੀਂ ਕਹੀਏ ਕਮਜ਼ੋਰ ਹੋਵੇ, ਡਰਪੋਕ ਹੋਵੇ, ਜਾਂ ਜਿਹਦੇ ਅੰਦਰ ਹਿੰਮਤ ਨਾ ਹੋਵੇ ਨਾ, ਹੌਸਲਾ ਨਾ ਹੋਵੇ, ਸਾਹਸ ਨਾ ਹੋਵੇ, ਉਹ ਜ਼ਿੰਦਗੀ ਦਾ ਆਨੰਦ ਲੈ ਹੀ ਨਹੀਂ ਸਕਦਾ ਕਦੇ ਵੀ। ਜ਼ਿੰਦਗੀ ਦਾ ਆਨੰਦ ਹਮੇਸ਼ਾ ਉਹੀ ਲੈ ਸਕਦੇ ਹੈ ਜਿਹੜੇ, ਠੀਕ ਹੈ, ਡਰ ਸਭ ਦੇ ਅੰਦਰ ਹੁੰਦਾ ਹੈ, ਪਰ ਅਸੀਂ ਇਹ ਦੇਖਣਾ ਕਿ ਡਰ ਨੂੰ ਜਿੱਤਣਾ ਹੈ। ਅਸੀਂ ਸਮਝਦੇ ਹੋ ਕਿ ਡਰ ਨੂੰ ਜਿੱਤਣਾ ਹੈ, ਕਿਉਂਕਿ ਬਹੁਤ ਵਾਰ ਕਈ ਚੀਜ਼ਾਂ ਹੁੰਦੀਆਂ ਹੈ ਕਿ ਅਸੀਂ ਜਿਹਨਾਂ ਚੀਜ਼ਾਂ ਤੋਂ ਡਰਦੇ ਹਾਂ ਨਾ, ਜਦੋਂ ਉਹ ਕਰਕੇ ਦੇਖਦੇ ਹਾਂ ਅਸੀਂ ਤਾਂ ਉਹ 'ਚ ਬੜਾ ਆਨੰਦ ਆਉਂਦਾ ਹੈ। ਸਮਝਦੇ ਹੋ ਕਿ ਨਹੀਂ? ਜਿਸ ਤਰ੍ਹਾਂ ਕਈ ਵਾਰ ਕਈਆਂ ਇਨਸਾਨ ਨੂੰ ਪਾਣੀ ਦੀ ਗਹਿਰਾਈ 'ਚ ਜਾਣ ਤੋਂ ਡਰ ਲੱਗਦਾ ਹੈ, ਪਰ ਅਗਰ ਉਹ ਤੈਰਨਾ ਸਿੱਖ ਲੈਣ ਤਾਂ ਉਹ ਆਨੰਦ ਹੀ ਬੜਾ ਲੈਣਗੇ। ਕਈਆਂ ਨੂੰ ਉਚਾਈ 'ਤੇ ਜਾਣ ਤੋਂ ਡਰ ਲੱਗਦਾ ਹੈ, ਪਰ ਅਗਰ ਉਹ ਉਚਾਈ 'ਤੇ ਜਾਣ ਦਾ ਸਿੱਖ ਲੈਣ ਕਿ ਪਹਾੜ ਦੀ ਚੋਟੀ 'ਤੇ ਜਾ ਕੇ ਦੇਖਣਾ, ਤਾਂ ਉਹਨਾਂ ਨੂੰ ਆਨੰਦ ਹੀ ਬੜਾ ਆਉਂਦਾ ਹੈ। ਅਸੀਂ ਇੱਕ ਜਗ੍ਹਾ ਗਏ ਸੀ, ਬਿਜਲੀ ਮਹਾਦੇਵਾ ਜਗ੍ਹਾ ਦਾ ਨਾਮ ਹੈ, ਹਿਮਾਚਲ 'ਚ ਪੈਂਦਾ ਹੈ। ਜਿਸ ਲਈ ਸ਼ਾਇਦ ਮੰਡੀ ਤੋਂ ਅਨਵਰ, ਮੰਡੀ ਤੋਂ ਮਨਾਲੀ ਤੋਂ ਨਹੀਂ, ਮੰਡੀ ਹੈ, ਮੰਡੀ ਤੋਂ ਹੈ ਨਾ ਬਿਜਲੀ ਮਹਾਦੇਵਾ ਹੈ, ਭੁੰਤਰ ਤੋਂ। ਉਹ ਅੰਦਰ ਨੂੰ ਉੱਪਰ ਜਾ ਕੇ ਨਾ ਚੜ੍ਹਾਈ 'ਤੇ ਪਹਿਲਾਂ ਗੱਡੀ ਜਾਣਾ ਪੈਂਦਾ ਹੈ, ਤਾਂ ਫਿਰ ਗੱਡੀ ਖੜੀ ਕਰਕੇ ਫਿਰ ਤੁਰ ਕੇ ਜਾਣਾ ਪੈਂਦਾ ਹੈ। 7-8 ਕਿਲੋਮੀਟਰ ਜਾਂ ਕਿੰਨਾ ਹੈ ਨਾ, 8-10 ਕਿਲੋਮੀਟਰ ਹੈ ਤੁਰ ਕੇ ਜਾਣਾ, ਚੜ੍ਹਾਈ। ਉਹ ਅੱਗੇ ਜਾ ਕੇ ਨਾ ਇੱਕ ਬਿਜਲੀ ਮਹਾਦੇਵਾ, ਯਾਨੀ ਉੱਥੇ ਸ਼ਿਵ ਜੀ ਦਾ ਮੰਦਿਰ ਹੈ, ਪਰ ਵਿਊ ਬਹੁਤ ਸੋਹਣਾ ਹੈ, ਵਿਊ ਬਹੁਤ ਸੋਹਣਾ ਹੈ। ਉਹਨੂੰ ਬਿਜਲੀ ਮਹਾਦੇਵਾ ਇਸ ਲਈ ਕਹਿੰਦੇ ਉੱਥੇ ਬਿਜਲੀ ਪੈਂਦੀ ਰਹਿੰਦੀ ਹੈ, ਜਿਹੜੀ ਆਸਮਾਨ ਤੋਂ ਬਿਜਲੀ ਉਹ ਕੜਕਦੀ ਹੈ ਨਾ, ਕਹਿੰਦੇ ਪੈਂਦੀ ਰਹਿੰਦੀ ਹੈ ਉੱਥੇ।
इसलिए तो नाम ही बिजली महादेव रख दिता। उत्थे गए असीं, वो इदां एक उत्थे उचाई है, पहाड़ी बहुत उचाई ते है, काफ़ी नाल सी किहनूं किहनूं जाण दा मौका मिलिया सी बिजली महादेव बाग। है कोई इत्थे बैठा जिहड़ा गया साडे नाल हत्थ खड़ा करिओ जरा? कोई भी नहीं गया हैं? इधर बैठे हैं जी 5-6 बैठे इधर, सारे पर्दे 'च बैठे जिहड़े गए। सो उत्थे गए ने, उत्थे पहाड़ी की उचाई ते सामने एक प्लेन पहाड़ी सी, दौड़ के सारे उधर गए। वो जो देखा कि खाई ये इन्ना मतलब इन्नी उचाई ते, और थल्ले देखो तो बिल्कुल, फिर बाद चो बंदा बैठ के जाता है की है नहीं, ठीक है। और मज़ा देख दे कि बंदा डरदा है और अपनी केयर करनी है। ऐसे ये नहीं कि अखा बंद करके लै मैं नहीं डरता, शायद देखता डिग जावा मर नहीं, आनंद लेना है, डर भी कढ़ना है, अपनी सेफ्टी का भी ख्याल रखना है। सो हर चीज़ का एक आनंद है, ठीक है। कई बार एक जगह किहड़ी कंट्री है, नहीं कंट्री याद नहीं आता किहड़ी कंट्री की देखिया असीं, उत्थे पानी की गहराई च लैके जाते हैं, पानी की गहराई च साडे मास्क पा देंगे है, ऑक्सीजन वाला पा देंगे है, तो फिर एन पूरा समुंदर की ना पनडुब्बी च लिजा के, पनडुब्बी च पहला बिठाते हैं। मॉरीशस, हाँ मॉरीशस की गल है कि पनडुब्बी च लैके जाते थल्ले, पनडुब्बी समझते हो ना तुसीं, बंदे नूं पहला बिठा लाना, फिर गहराई च ले जाना, फिर उन्होंने मास्क मुस्क पा के उन्होंने बाहर कढ़ना पनडुब्बी जो गहराई जिथे मच्छियाँ हैं। तुसीं मच्छियां नूं हत्थ लाओ, आले दुआले घूमो, देखो चट्टाना किद्दां पानी के अंदर है। सो कई देखिया उत्थे असीं कि जदों लैके जान लगे पहला डरदे, नहीं असीं नहीं जाना, असीं नहीं जाना, पर जदों गहराई जाते हैं तो वही सब तो ज़्यादा आनंद लेंदे हैं, क्योंकि एक तो आनंद व्यू का हुंदा है, दूजा आनंद हुंदा अपने डर नूं जितण दा। मैं डरदा सी, मैं कर लिया। तुसीं भी कभी देखना जिहड़ी चीज़ तो डर लगदा ना, लोग करते हैं तो बंदे नूं ज़्यादा खुशी होंदी है। अज तो तकरीबन 6-7 साल पहले की गल होनी है, असीं कुछ अपबीतियां दस रहे हैं तुहानूं ताकि तुसीं भी निडर बनो। तुहाडे साहब जी छोटे हुंदे सी उसले, हुण तां चलो हाइट साडे तो भी लंबी हो गई है, ठीक है। उस वेले इन्होंने रोलर कोस्टर ते बैठन तो बहुत डर लगता सी प्रभु नूं। इदा जो रोलर कोस्टर यानी इदा उल्टे सीधे इदा कर देंगे ना। इंग्लैंड में गए सी, उत्थे पार्क सी, थीम पार्क, सानू कहन लगा पापा मैं इत्थे बैठना है। मैं कहा पक्का बह जाऊँ, क्योंकि लाइन बहुत लंबी लगी सी। मैं कहा पक्की गल है, फिर कहता बैठना मैं, पर तुसीं मेरे नाल बैठना। मैं कहा चल बह जाते हैं, जो तेरा डर निकलता बैठना। उस तो पहले कभी बैठा भी नहीं सी। असीं गए अगे अगे जाते जाते अद्धे पौना घंटा लगा, जो बैठन लगे ना मैं नहीं कहता बैठना, मैनूं डर लगता। मैं कि पुत्त हुण तां बैठना ही पैना, हुण चाहे रो चाहे हस। 45 मिनट सानूं धुप्पे लाइन च लवाया है, असीं लाइन च नहीं कदी लगदे, पर तेरे करके असीं लाइन च लगे, क्योंकि उत्थे बारी वो हुंदी है ना कि बंदे नूं इदां करना। तो फिर 45 मिनट असीं खड़े होए हैं, असीं पहली बार लाइन च लगे, लाइन च नहीं लगदे, तुम तां बच जाना ही पैना। छोटा जिहा हुंदा सी, ठीक है। हुण जो भी है, हुण रो चाहे हस, भाई जबरदस्ती चक के बिठाया विच, नाल बह के बेल्टां बुल्टां ला दियां। वो पुछण भी कहते बच्चा ओके है ना, ठीक है ओके है, सब कुछ ओके नाल ही है, कोई नहीं। पहला जो शुरू किया ना चक के उन्होंने पहले उल्टे तो रोक दिया, सानू उल्टे करके। भाई क्या तो खतरनाक है, ये तो असीं भी पहली बार कर रहे हैं। फिर उन्होंने जिद्दां ही स्पीड खिंची, घुमाता 2-3 मिनट च ही। बाद चो की होया, जिसले उतरे तो सब तो ज़्यादा रबुल शाह मारे, मज़ा आ गया, मैं कल्ले नहीं जाना, और वाकई कल्ला गया। फिर जे हुण पहले ही उत्थे असीं कह दिंदे नहीं मैनूं डर लगदा मैं नहीं जाना, होण लग पिया, अच्छा पुत्त डर लगदा रहण दे, तो फिर कदी उन्हां उस जगह ते बैठना ही नहीं सी। और फिर नैक्सट टाइम अगली बार खुद कल्ला लाइन च लग के कल्ले ने लिया, और देख के कि साडी थोड़ी जी उन्होंने हिम्मत देना ना, वो रोण की परवाह नहीं की असीं, उन्होंने हिम्मत देना, कर तू कर सकता है, फिक्र ना कर, असीं तेरे नाल आ। वो दिल चों डर निकल गया, उन्होंने जिथे भी होएगा बैठेगा जाएगा। और असीं तां रूहानी तो हैरान हो जाते हैं, जेडे झूले बड़े बने नहीं लै सकते, वो 8 साल की उम्र च लैन लगी होना। इदा कहती मैं
ਉਹ ਵੈਸੇ ਹੀ ਦੁਬਈ ਪਿੱਛੇ ਗਏ ਸੀ, ਉੱਥੇ ਇੱਕ ਝੂਲਾ ਬਿਲਕੁਲ ਉਲਟਾ ਕਰ ਦਿੰਦਾ ਇੱਦਾਂ, ਉਹ ਉਚਾਈ 'ਤੇ ਲਿਜਾ ਕੇ, ਉੱਥੇ ਬੜੇ ਬੜੇ ਚੀਕਾਂ ਮਾਰਦੇ ਆ। ਇਹ ਨਿੱਕੀ ਜਿਹੀ ਸਾਨੂੰ ਸੀਗਾ, ਉਹ ਬੈਲਟ ਤੋਂ ਨਿਕਲ ਕੇ ਡਿੱਗ ਜਾ ਥੱਲੇ, ਇਹ ਹੱਥ ਛੱਡ ਕੇ ਉਹੀ ਤਾਂ ਬਸ ਕਰ ਪਕੜ ਕੇ ਰੱਖ ਇਹਨੂੰ, ਕਿਉਂਕਿ ਤੇਰਾ weight ਵੀ ਥੋੜਾ ਹੈ ਤਾਂ ਤੂੰ ਹੈਗੀ ਪਤਲੀ ਜਿਹੀ, ਬੈਲਟ ਇੱਦਾਂ ਲਾਈਆਂ ਹੁੰਦੀਆਂ ਕਿ ਜੇ ਕੋਈ ਨਿਕਲ ਕੇ ਥੱਲੇ ਨਹੀਂ ਡਿੱਗ ਪਈ। ਬਾਕੀ ਸਾਰੇ ਰੋਣ ਲੱਗੇ ਹੋ, ਚੀਕਾਂ ਮਾਰਨ ਲੱਗੇ ਹੋ, ਯਾਨੀ ਬੜੇ ਬੜੇ, ਸਾਨੂੰ ਖੁਸ਼ੀ ਹੁੰਦੀ ਹੈ। ਇਹ ਕਿ ਤੁਹਾਨੂੰ ਡਰ ਨਹੀਂ ਲੱਗਦਾ? ਲੈ ਤੁਸੀਂ ਆਪੇ ਤਾਂ ਕਹਿੰਦੇ ਸਟਰੋਂਗ ਬਣਨਾ ਚਾਹੀਦਾ, ਸਟਰੋਂਗ ਬਣਨਾ ਚਾਹੀਦਾ। ਫਿਰ ਸਾਨੂੰ ਖੁਸ਼ੀ ਹੋਈ ਕਿ ਜੇ ਅਸੀਂ ਬੱਚਿਆਂ ਨੂੰ ਕਹਿੰਦੇ ਤਾਂ ਮੰਨਦੇ ਵੀ ਹੈ। ਤੇ ਤੁਹਾਨੂੰ ਕਿਉਂ ਦੱਸ ਰਹੇ? ਜੇ ਤੁਹਾਨੂੰ ਵੀ ਕਹਿੰਦੇ ਸਟਰੋਂਗ ਬਣੋ, ਤਾਂ ਜ਼ਿੰਦਗੀ ਦਾ ਆਨੰਦ ਲੈਣਾ ਤਾਂ ਮਜ਼ਬੂਤ ਬਣ ਕੇ ਹੀ ਆਨੰਦ ਲੈ ਸਕਦੇ। ਡਰ ਕੇ, ਕਮਜ਼ੋਰ ਬਣ ਕੇ ਆਪ ਜਾਂ ਕਮਜ਼ੋਰ ਬਣਾ ਕੇ ਦੂਜਿਆਂ ਨੂੰ ਅਸੀਂ ਨਾ ਉਹਨਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਦਿੰਦੇ ਆ, ਨਾ ਆਪ ਲੈ ਪਾਉਂਦੇ ਆ। ਇਸ ਲਈ ਅਸੀਂ ਕਹਾਂਗੇ ਕਿ ਜੀਵਨ ਦਾ ਆਨੰਦ ਲੈਣਾ ਹੈ ਤਾਂ ਡਰਪੋਕ ਇਨਸਾਨ ਜੀਵਨ ਦਾ ਆਨੰਦ ਨਹੀਂ ਲੈ ਸਕਦਾ। ਡਰਿਆ ਹੋਇਆ ਇਨਸਾਨ ਜੀਵਨ ਦਾ ਆਨੰਦ ਕਦੀ ਨਹੀਂ ਲੈ ਸਕਦਾ। ਸਾਹਸ ਹੋਣਾ ਚਾਹੀਦਾ ਸਾਡੇ ਅੰਦਰ, ਪਰ ਸਾਹਸ ਉੱਥੇ ਦਿਖਾਓ ਜਿੱਥੇ ਮਤਲਬ ਪਤਾ ਹੈ ਕਿ ਸੇਫ ਹੈ। ਸਮਝਦੇ ਹੋ ਕਿ ਇਹ ਨਹੀਂ ਕਿ ਮੈਂ ਲੈ ਦੇਖੀ ਆ ਕਿ ਸ਼ੇਰ ਦੇ ਮੂਹਰੇ ਖੜ ਜਾਣਾ ਪਿੰਜਰੇ 'ਚ ਜਾ ਕੇ, ਇਹ ਮੂਰਖਤਾ ਹੈ, ਇਹ ਸਾਹਸ ਨਹੀਂ ਹੈ। ਸਾਹਸ ਦਾ ਮਤਲਬ ਹੈ ਕਿ ਜੋ ਉਹ ਕਰ ਸਕਦਾ ਹੈ ਤਾਂ ਮੈਂ ਕਿਉਂ ਡਰੀ ਜਾਂਦਾ। ਜਿੱਦਾਂ ਕਈਆਂ ਨੂੰ ਉਦਾਹਰਨ ਦੇ ਰਹੇ ਹੈ, ਤੈਰਨੇ ਤੋਂ ਡਰ ਲੱਗਦਾ ਹੈ, ਗੱਡੀ ਚਲਾਉਣ ਤੋਂ ਡਰ ਲੱਗਦਾ ਹੈ, ਕਈਆਂ ਨੂੰ ਆਹ ਕਰਮ ਕੰਮ ਤੋਂ। ਦੁਨੀਆ ਕਰ ਰਹੀ ਤਾਂ ਮੈਂ ਕਿਉਂ ਨਹੀਂ ਕਰ ਸਕਦਾ? ਡਰਨਾ ਨਹੀਂ ਹੈ, ਆਨੰਦ ਲੈਣਾ ਹੈ ਕਿਸੇ ਚੀਜ਼ ਦਾ। ਉਚਾਈ 'ਤੇ ਜਾਣਾ ਹੈ, ਪਹਾੜ ਚੜ੍ਹ ਕੇ ਜਾਣਾ ਸੇਫ ਹੈ, ਮੈਂ ਚੜ੍ਹ ਸਕਦਾ, ਪਰ ਡਰਨਾ ਮੈਂ ਕਿੱਦਾਂ ਚੜੂੰਗਾ, ਮੇਰੇ ਤੋਂ ਨਹੀਂ ਹੋਣਾ, ਮੇਰੀ ਬੱਸ ਹੋ ਜਾਣੀ ਹੈ, ਨਹੀਂ। ਕੋਈ ਚੀਜ਼ ਇਨਸਾਨ ਦੀ ਬੱਸ ਨਹੀਂ ਕਰਵਾ ਸਕਦੀ ਜਦ ਤੱਕ ਇਨਸਾਨ ਆਪ ਹੀ ਨਾ ਮੰਨ ਕੇ ਬੈਠੇ ਕੋਈ ਚੀਜ਼। ਸਮਝਦੇ ਹੋ ਕਿ ਇਸ ਲਈ ਆਪਣੇ ਆਪ ਨੂੰ ਸਾਹਸੀ ਬਣਾਓ ਅਗਰ ਜੀਵਨ ਦਾ ਆਨੰਦ ਲੈਣਾ ਹੈ। ਆਪਣੇ ਆਪ ਨੂੰ ਸਟਰੋਂਗ ਬਣਾਓ ਅਗਰ ਜੀਵਨ ਦਾ ਆਨੰਦ ਲੈਣਾ ਹੈ। ਆਪਣੇ ਆਪ ਨੂੰ ਸਮਾਈਲਿੰਗ ਫੇਸ ਜਿੱਦਾਂ ਰਹਿਣਾ ਚਾਹੀਦਾ ਹਰ ਵੇਲੇ। ਫੇਸ ਦੇ ਉੱਪਰ ਇੱਕ ਹਲਕੀ ਜਿਹੀ ਮੁਸਕਰਾਹਟ ਰਵੇ, ਸਮਾਈਲ ਰਵੇ, ਫਿਰ ਜੀਵਨ ਦਾ ਆਨੰਦ ਆਉਂਦਾ ਹੈ। ਇਸ ਲਈ ਕਦੀ ਵੀ ਦੇਖਣਾ ਕਿ ਜਿਹੜੀ ਚੀਜ਼ ਦਾ ਬੰਦੇ ਨੂੰ ਡਰ ਹੋਵੇ ਨਾ, ਜਿੱਦਾਂ ਫਿਰ ਕਹਾਂਗੇ ਡਰ ਦਾ ਮਤਲਬ ਇਹ ਨਹੀਂ ਕਿ ਅਸੀਂ ਆਹ ਗਲਤ ਕੰਮ ਕਰਨ ਤੋਂ ਡਰਦੇ ਮੈਂ ਕਰਕੇ ਦੇਖਣਾ, ਨਹੀਂ, ਉਹ ਮੂਰਖਤਾ ਹੈ। ਮਤਲਬ ਡਰ ਕੀ ਹੈ ਕਿ ਅਸੀਂ ਆਪਣੇ ਜੀਵਨ 'ਚ ਦੇਖਣਾ ਇਹ ਚੀਜ਼ ਮੈਨੂੰ ਅੱਗੇ ਲੈ ਕੇ ਜਾ ਸਕਦੀ ਹੈ, ਇਹ ਚੀਜ਼ ਮੈਨੂੰ ਕਾਮਯਾਬ ਬਣਾ ਸਕਦੀ, ਪਰ ਮੈਂ ਡਰ ਕਰਕੇ ਉਹ ਕਰ ਨਹੀਂ ਰਿਹਾ, ਉਹਨੂੰ ਜਿੱਤਣਾ ਹੈ। ਅਸੀਂ ਸਮਝ ਆ ਰਹੀ ਨਾ ਸਾਡੀ ਗੱਲ? ਜਿੱਦਾਂ ਬੱਚਾ ਸੋਚੇ ਕਿ ਮੈਂ ਆਹ ਪੇਪਰ ਦੇਣਾ ਚਾਹੁੰਦਾ ਹਾਂ, ਪਰ ਪੇਪਰ ਦੁਨੀਆ ਕਹਿੰਦੀ ਬੜਾ ਸਖਤ ਹੈ, ਇਹ ਪਾਸ ਨਹੀਂ ਕੋਈ ਹੁੰਦਾ, ਪਰ ਜੇ ਮੈਂ ਕਰ ਲਵਾਂ ਮੈਂ ਬੜਾ ਅਫਸਰ ਬਣ ਸਕਦਾ ਹਾਂ, ਪਰ ਲੋਕੀ ਕਹਿੰਦੇ ਬੜਾ ਔਖਾ ਹੈ। ਹੁਣ ਲੋਕੀ ਕਹਿੰਦੇ ਬੜਾ ਔਖਾ, ਮੈਂ ਤਾਂ ਨਹੀਂ ਕਰਦਾ, ਉਹ ਮੂਰਖਤਾ ਹੈ। ਸਮਝਦੇ ਹੋ ਕਿ ਮੈਨੂੰ ਪਤਾ ਹੈ ਕਿ ਇਹ ਮੈਨੂੰ ਕਾਮਯਾਬ, ਇਹ ਚੀਜ਼ ਨਾਲ ਮੈਂ ਕਾਮਯਾਬ ਹੋ ਸਕਦਾ, ਇਹ ਚੀਜ਼ ਮੈਨੂੰ ਲਾਈਫ ਵਿੱਚ ਅੱਗੇ ਲਿਜਾ ਸਕਦੀ ਹੈ, ਤਾਂ ਮੈਂ ਡਰ ਕਰਕੇ ਰੁਕਿਆ ਹੋਇਆ ਤਾਂ ਉਹ ਮੂਰਖਤਾ ਹੈ। ਕਰੋ ਉਸ ਨੂੰ ਤਾਂ ਕਿ ਮੈਂ ਅੱਗੇ ਵੱਧ ਸਕਾਂ। ਸਮਝਦੇ ਹੋ ਕਿ ਨਹੀਂ? ਮੈਂ ਅੱਗੇ ਵੱਧ ਸਕਾਂ। ਅਸੀਂ ਆਪਣਾ ਦੱਸਦੇ ਹਾਂ ਕਿ ਬਚਪਨ 'ਚ ਸਾਨੂੰ ਸਭ ਤੋਂ ਜ਼ਿਆਦਾ ਡਰ ਪਤਾ ਕਿਹੜੀ ਚੀਜ਼ ਤੋਂ ਲੱਗਦਾ ਸੀ? ਅੱਛਾ ਦੱਸੋ ਕਿਹੜੀ ਚੀਜ਼ ਤੋਂ ਲੱਗਦਾ ਸੀ ਸਾਨੂੰ ਡਰ? ਦੇਖੀਏ ਕੋਈ ਜਾਣ ਪਾਉਂਦਾ ਉਹ ਚੀਜ਼ ਨੂੰ। ਬਚਪਨ ਮਤਲਬ ਇਹ ਵੀ ਨਹੀਂ ਕਿ ਛੋਟੇ ਹੁੰਦੇ, ਬਚਪਨ ਮਤਲਬ ਜਦੋਂ ਬੜੇ ਮਾਲਕ ਦੁਨੀਆ ਦੇ ਵਜੂਦੀ ਤੌਰ 'ਤੇ ਮੌਜੂਦ ਸੀ, 90 92 ਉਸ ਤੋਂ ਪਹਿਲਾਂ 88, ਯਾਨੀ ਵਿਕਦਾ ਹੁੰਦਾ ਬਚਪਨ ਜਦੋਂ ਬੱਚਾ 2-2.5 ਸਾਲ ਦਾ ਹੁੰਦਾ ਹੈ ਨਾ, ਇੱਕ ਹੁੰਦਾ ਹੋਸ਼ ਹੈ, ਉਹਨੂੰ ਇੱਕੋ ਚੀਜ਼ ਤੋਂ ਹੀ ਡਰਦੇ ਹੁੰਦੇ ਸੀ। ਕਿਹੜੀ ਚੀਜ਼ ਤੋਂ ਡਰ ਲੱਗਦਾ ਸੀ? ਪਤਾ ਕਿਸੇ ਨੂੰ? ਉਹ ਮਾਵਾਂ ਦਾ ਡਰ, ਉਹ ਡਰ ਨਹੀਂ ਹੁੰਦਾ, ਉਹ ਡਰ ਨਹੀਂ ਹੁੰਦਾ, ਉਹ ਪਿਆਰ ਹੁੰਦਾ। ਜਾਂ ਆਪਾਂ ਕਹੀਏ ਮੈਂ ਮਾਂ ਤੋਂ ਡਰਦਾ ਸੀ, ਬਾਪ ਤੋਂ, ਤਾਂ ਬੜੇ ਮਾਲਕਾਂ ਤੋਂ ਵੀ ਡਰਦੇ ਸੀ, ਪਰ ਉਹ ਡਰ ਪਿਆਰ ਵਾਲਾ ਡਰ ਹੈ। ਉਹ ਡਰ ਕੋਈ ਇੱਦਾਂ ਡਰ ਨਹੀਂ ਹੈ ਕਿ ਲੈ ਵੀ ਹੁਣ ਮੰਮੀ ਜੀ ਹੁਣੀ ਸਾਹਮਣੇ ਆਉਂਦੇ ਸੀ, ਘੁੱਟ ਕੇ ਜੱਫੀ ਪਾਉਂਦੇ ਸੀ। ਜੇ ਡਰਦੇ ਹੁੰਦੇ ਅਸੀਂ ਦੇਖ ਕੇ ਲੁਕ ਜਾਣਾ ਸੀ। ਉਹ ਡਰ ਅਲੱਗ ਹੈ ਕਿ ਬੰਦਾ ਕੁੱਤੇ ਨੂੰ ਦੇਖ ਕੇ ਕੋਈ ਡਰਦਾ ਨਾ, ਲੁਕ ਜਾਂਦਾ, ਕੁੱਤਾ ਕਿਤੇ ਮੈਨੂੰ ਖਾ ਨਾ ਲਵੇ, ਕਿਤੇ ਸ਼ੇਰ ਮੈਨੂੰ ਖਾ ਨਾ ਲਵੇ, ਸ਼ੇਰ ਨੂੰ ਦੇਖ ਕੇ ਲੁਕਦਾ ਹੈ, ਉਹ ਡਰ ਹੈ। ਅਸੀਂ ਡਰਦੇ ਸੀ ਇੱਕ ਚੀਜ਼ ਤੋਂ ਕਿ ਇਹ ਤੋਂ ਲੁਕ ਜਾਈਏ ਅਸੀਂ, ਯਾਨੀ ਇਹ ਚੀਜ਼ ਤੋਂ ਲੁਕ ਜਾਈਏ ਅਸੀਂ, ਇਹਦੇ ਨਾਲ ਸਾਡਾ ਸਾਹਮਣਾ ਨਾ ਹੋਵੇ। ਪਤਾ ਕਿਹੜੀ ਚੀਜ਼ ਸੀ? ਵੈਸੇ ਦੱਸਿਆ ਵੀ ਸੀ ਇੱਕ ਵਾਰ, ਸ਼ਾਇਦ ਕਈਆਂ ਨੂੰ ਦੱਸਿਆ ਵੀ ਹੈ। ਸਾਨੂੰ ਡਰ ਲੱਗਦਾ ਸੀ ਸਿਰਫ ਇੱਕੋ ਹੀ ਸਾਡੀ ਵੀਕਨੈਸ, ਸਾਨੂੰ ਆਹ ਮਾਈਕ 'ਚ ਬੋਲਣ ਤੋਂ ਡਰ ਲੱਗਦਾ ਸੀ ਕਿ ਸਾਨੂੰ ਕਿਤੇ ਸੰਗਤ ਵਿੱਚ ਨਾ ਬੋਲਣਾ ਪਵੇ। ਇੱਕੋ ਚੀਜ਼ ਦਾ ਡਰ ਹੁੰਦਾ ਸੀ। ਜਦੋਂ ਬੜੇ ਮਾਲਕਾਂ ਅਸੀਂ ਡਰਦੇ ਰਹਿਣਾ ਕਿ ਅੱਜ ਮੇਲਾ ਆ, ਕਿਤੇ ਮਾਲਕ ਸਾਨੂੰ ਕਹਿ ਨਾ ਦੇਣ ਮਾਈਕ 'ਚ ਕੁਛ ਬੋਲ,
ਸਾਡੇ ਸਾਹ ਸੁੱਕ ਜਾਂਦੇ ਸੀਗੇ, ਕਿੱਦਾਂ ਬੋਲਾਂਗੇ ਅਸੀਂ, ਕੀ ਬੋਲਾਂਗੇ ਅਸੀਂ। ਇੱਕੋ ਹੀ ਡਰ ਸੀ ਸਾਨੂੰ। ਹੋਰ ਤਾਂ ਅਸੀਂ ਪੇੜਾਂ ਤੋਂ ਵੀ ਛਾਲਾਂ ਮਾਰਦੇ ਸੀ, ਕੰਧਾਂ ਤੋਂ ਵੀ ਛਾਲਾਂ ਮਾਰਦੇ, ਕੋਠਿਆਂ ਤੋਂ ਵੀ ਛਾਲਾਂ ਮਾਰਦੇ ਸੀ, ਪਹਾੜ ਵੀ ਸਿੱਧੇ ਚੜ੍ਹ ਜਾਈਦਾ ਸੀ ਅਸੀਂ। ਮਿੰਗਰਵਾਲ ਦੀ ਗੱਲ ਹੈ, ਅਨਵਰ ਹੋਣੀ ਬੈਠੇ ਹੈ, ਕਿਹੜੇ ਕਿਹੜੇ ਬੱਚੇ ਸੀ ਉਹਦੇ। ਹੁਣ ਤਾਂ ਚਲੋ ਇਸ ਲਈ ਕੁਛ ਹੈਗੇ ਕੁਛ ਨਹੀਂ ਹੈ। ਕਾਲੂ ਵੀ ਸੀ, ਅਨਵਰ, ਬਬਲੂ ਹੀ ਫਸਿਆ ਸੀ ਨਾ। ਬਬਲੂ ਕਿੱਥੇ ਹੈ ਇਸ ਵੇਲੇ। ਚਲੋ ਅਸੀਂ, ਸਾਡੇ ਨਾ ਮਾਮਾ ਜੀ ਦੀ ਬੇਟੀ ਦੀ ਸ਼ਾਦੀ ਸੀ। ਬੜੇ ਮਾਲਕਾਂ ਦੇ ਸਮੇਂ ਦੀ ਗੱਲ ਹੈ ਕਿ ਛੋਟੇ ਛੋਟੇ ਹੁੰਦੇ ਸਾਰੇ ਅਸੀਂ। ਉੱਧਰ ਤਾਂ ਬਰਾਤ ਆਈ ਹੋਈ ਹੈ, ਟੈਂਟ ਲੱਗੇ ਹੋਏ ਹੈ, ਉਹਨਾਂ ਦੀ ਚੱਲ ਰਹੀ ਹੈ ਜੋ ਵੀ ਅੰਦਰ ਬਰਾਤ ਆ ਚੱਲ। ਅਸੀਂ ਬੱਚਿਆਂ ਨੂੰ ਨਾਲ ਲਿਆ, ਇਕੱਠੇ ਹੋਏ, ਆਪ ਵੀ ਛੋਟੇ ਜਿਹੇ ਹੁੰਦੇ ਸੀ, ਖੱਡ ਵੱਲ ਨੂੰ ਚਲੇ ਗਏ। ਹੁਣ ਤਾਂ ਪਹਾੜ ਦੇਖਣ ਨੂੰ ਛੋਟਾ ਲੱਗਦਾ, ਛੋਟਿਆਂ ਨੂੰ ਪਹਾੜ ਬੜਾ ਵੱਡਾ ਲੱਗਦਾ ਸੀ। ਠੀਕ ਹੈ, ਜਦੋਂ ਛੋਟੇ ਛੋਟੇ ਹੁੰਦੇ ਨੇ ਉਸ ਵੇਲੇ ਪਹਾੜ ਬਹੁਤ ਬੜਾ ਵੱਡਾ ਲੱਗਦਾ ਸੀ। ਇਹ ਖਾੜੇ ਜਾਂਦੇ ਜਾਂਦੇ ਨਾ, ਮਿੱਟੀ ਦਾ ਪਹਾੜ ਹੈ ਸਿੱਧਾ। ਤੁਸੀਂ ਅੱਜ ਵੀ ਦੇਖੋਗੇ ਪਹਾੜ ਹੈ ਔਰ ਬਿਲਕੁਲ ਸਿੱਧਾ ਹੈ। ਉਹਨੂੰ ਕੋਈ ਇੱਦਾਂ ਦੀ ਸਪੋਰਟ ਵੀ ਹੈ ਨਹੀਂ ਕਿ ਫੜ ਕੇ ਚੜ੍ਹ ਸਕੀਏ। ਅਸੀਂ 8-10 ਜਣੇ ਸੀਗੇ, ਅਸੀਂ ਫੈਸਲਾ ਕਰ ਲਿਆ, ਮੈਂ ਕਿਹਾ ਹੁਣ ਪਹਾੜ ਚੜ੍ਹਨਾ ਹੈ ਅਸੀਂ ਸਾਰੇ। ਹੈ ਚੜ੍ਹ ਹੋ ਜੂ। ਇੱਕ ਹੁੰਦਾ ਸੀ ਹੁਸ਼ਿਆਰਪੁਰ ਤੋਂ ਸੋਨੂ। ਹੁਣ ਜਿਸਲੇ ਚੜ੍ਹਨਾ ਸ਼ੁਰੂ ਕੀਤਾ ਅਸੀਂ ਚੜ੍ਹਦੇ ਗਏ, ਸੋਨੂ ਤਾਂ 4 ਕਦਮ ਚੜ੍ਹਿਆ, ਮੈਥੋਂ ਨਹੀਂ ਚੜ੍ਹਨਾ, ਇੱਥੇ ਫੜਨ ਨਹੀਂ ਕੁਛ ਹੈ ਨਹੀਂ। ਉਹ ਕਿਹਾ ਉਂਗਲੀਆਂ ਗੱਡ ਕੇ ਆ, ਮਜ਼ਾ ਤਾਂ ਫੇਰ ਆਉਂਦਾ। ਯਾਨੀ ਰੇਤ ਹੈ, ਇਹਨੂੰ ਏਦਾਂ ਉਂਗਲੀਆਂ ਕਰਕੇ ਨਾ ਜਗ੍ਹਾ ਬਣਾ ਕੇ ਤਾਂ ਫੜ ਕੇ ਆਓ। ਉਹ ਕਹਿੰਦੇ ਰੇਤ ਭੁਰੀ ਜਾਂਦੀ ਹੈ। ਦੇਖੋ ਡਰਨਾ ਕਾਹਨੂੰ, ਸਟਰੋਂਗ ਬਣ ਥੋੜਾ ਜਿਹਾ। ਸੋ ਅਨਵਰ ਤੂੰ ਚੜ੍ਹਿਆ ਸੀ, ਤੂੰ ਛੋਟਾ ਹੈ, ਤੂੰ ਜ਼ਿਆਦਾ ਛੋਟਾ ਸੀ। ਅਨਵਰ ਚੜ੍ਹਿਆ ਨਹੀਂ, ਦੇਖਦਾ ਸੀ ਥੱਲੇ। ਇੱਧਰ ਕਾਲੂ ਸ਼ਾਇਦ ਚੜ੍ਹਿਆ ਸੀ ਨਾ, ਕਾਲੂ ਚੜ੍ਹਿਆ ਸੀ ਤੇ ਬਬਲੂ। ਹੁਣ ਜਦੋਂ ਆਪਾਂ ਚੜ੍ਹ ਗਏ ਸਾਰੇ, ਯਾਨੀ ਬਬਲੂ ਵਿਚਾਰਾ ਰਸਤੇ 'ਚ ਫਸ ਗਿਆ, ਯਾਨੀ ਅੱਧ 'ਚ ਫਸ ਗਿਆ ਨਾ, ਥੱਲੇ ਜਾਣ ਜੋਗਾ ਨਾ ਉੱਪਰ ਜਾਣ ਜੋਗਾ। ਇਹ ਫਸ ਗਿਆ, ਮਾਮਾ ਜੀ ਬਚਾਓ। ਉਸ ਵੇਲੇ ਸਾਨੂੰ ਮਾਮਾ ਜੀ ਕਹਿੰਦੇ ਹੁੰਦੇ ਸੀ ਨਾ, ਮਾਮਾ ਜੀ ਬਚਾਓ। ਉਹੀ ਕਾਹਨੂੰ ਕੱਢੀਏ ਕਿੱਦਾਂ ਇਹਨੂੰ, ਜੇ ਇਹ ਡਿੱਗ ਗਿਆ ਇਹਦੇ ਲੱਗ ਗਈ ਸੱਟ ਚੋਟ, ਧੌਣ ਟੁੱਟ ਗਈ ਤਾਂ ਮੰਮੀ ਜੀ ਹੁਣ ਨਾ ਸਾਨੂੰ ਬਹੁਤ ਮਾਰਨਾ, ਕਿਉਂਕਿ ਮੰਮੀ ਜੀ ਸਾਨੂੰ ਬਹੁਤ ਤਸੱਲੀ ਕਰ ਦਿੰਦੇ ਸਾਡੇ ਤੇ, ਔਰ ਅਸੀਂ ਪਿਆਰ ਵੀ ਬਹੁਤ ਕਰਦੇ ਹੁੰਦੇ ਸੀ। ਇਹ ਲੱਤ ਫੜ ਲਈ, ਲੱਤ ਨੂੰ ਘਲੀਸ ਦੇ ਲੈ ਜਾਣਾ ਤੁਹਾਨੂੰ ਉੱਥੇ ਤੱਕ। ਜੇ ਕਹਿ ਦੇਣਾ ਇੱਥੇ ਖੜ ਜਾ ਫਿਰ। ਔਰ ਸਾਡੀ ਕਾਲ ਸੀ ਜਿੱਥੇ ਉਹਨਾਂ ਨੇ ਖੜਾ ਕਰ ਦਿੱਤਾ ਨਾ, ਮੈਂ ਚਾਹੇ ਧੁੱਪ ਹੋਵੇ ਸ਼ਾਮ ਉੱਥੇ ਖੜੇ ਰਹਿਣਾ ਸੀ, ਕਿਉਂਕਿ ਉਹਨਾਂ ਦੇ ਵਚਨਾਂ ਨੂੰ ਅਸੀਂ ਬਚਪਨ 'ਚ ਬੜੇ ਮੰਨਦੇ ਸੀ, ਕੁੱਟ ਵੀ ਬੜੀ ਖਾਂਦੇ ਹੁੰਦੇ ਸੀ ਅਸੀਂ। ਸੋ ਸਮਝ ਲਓ ਕਿ ਸਿਰੇ ਦੇ ਜਿੱਦੀ ਸੀ ਅਸੀਂ। ਅੱਜ ਜਦੋਂ ਸਾਡੇ ਕੋਲ ਮਾਵਾਂ ਆਉਂਦੀਆਂ ਨਾ, ਮੰਨ ਲਓ ਬੱਚਾ ਬੜਾ ਜਿੱਦੀ ਹੈ, ਕਿ ਤੁਹਾਨੂੰ ਵੀ ਦੱਸਿਆ ਕਿੰਨੇ ਸੀ। ਸਾਡੇ ਸਾਹਮਣੇ ਤਾਂ ਕੁਛ ਵੀ ਨਹੀਂ ਹੋਣਾ, ਇਹ ਤਾਂ ਜੀਣਾ ਜਿੱਦਾਂ ਕਹਿੰਦੇ ਬੜਾ ਮੁਸ਼ਕਿਲ ਕਰ ਦਿੰਦੇ ਹੁੰਦੇ ਸੀਗੇ। ਜਦੋਂ ਕਿਸੇ ਚੀਜ਼ ਦੀ ਜਿੱਦ ਕਰ ਲਈ, ਸਾਨੂੰ ਚਾਹੀਦੀ ਤਾਂ ਹੋਣੀ ਚਾਹੀਦੀ ਹੈ, ਪਰ ਦੇਖਿਆ ਅੱਗੇ ਜਾ ਕੇ ਇਹ ਜਿੱਦ ਹੀ ਬੰਦੇ ਦੇ ਕੰਮ ਆਉਂਦੀ ਹੈ। ਫਿਰ ਜਦੋਂ ਉਹ ਆਨੰਦ ਦੀ ਤਰਫ ਵੀ ਗਏ ਨਾ, ਹੁਣ ਚਾਹੇ ਇਹਨੂੰ ਪਾ ਕੇ ਨਿਕਲਣਾ ਹੈ, ਇੱਕ ਹਾਸਿਲ ਕਰਕੇ ਹੀ ਜਾਣਾ। ਇਹ ਜਿੱਦੀ ਬੰਦਾ ਹੀ ਅੱਗੇ ਜਾ ਕੇ ਕਾਮਯਾਬ ਹੁੰਦਾ ਹੈ। ਇਸ ਲਈ ਕਦੀ ਨਾ ਇਹ ਕਹੋ ਕਿ ਮੇਰਾ ਬੱਚਾ ਜਿੱਦੀ ਹੈ, ਬਲਕਿ ਕੋਈ ਦੀ ਜਿੱਦ ਹੋਰ ਵਧੇ, ਕਿਉਂਕਿ ਇੱਕ ਜਿੱਦੀ ਇਨਸਾਨ ਜਿਸ ਚੀਜ਼ ਨੂੰ ਪਾਉਣ ਦੀ ਜਿੱਦ ਕਰ ਲੈਂਦਾ ਨਾ, ਮੈਂ ਸਫਲ ਹੋਣਾ ਆ ਤਾਂ ਹੋਣਾ ਹੈ, ਮੈਂ ਰੱਬ ਨੂੰ ਪਾਉਣਾ ਹੈ ਤਾਂ ਪਾਉਣਾ ਹੈ, ਮੈਂ ਕ੍ਰੋਧ ਛੱਡਣਾ ਹੈ ਤਾਂ ਛੱਡਣਾ ਹੈ, ਮੈਂ ਕੰਮ ਕਰਨਾ ਹੈ ਤਾਂ ਕਰਨਾ ਹੀ ਹੈ। ਪਰ ਉਹ ਜਿੱਦ ਨੂੰ ਸਹੀ ਦਿਸ਼ਾ ਦੇ ਦਿਓ ਤਾਂ ਜਿੱਦੀ ਇਨਸਾਨ ਸਫਲ ਹੋ ਜਾਂਦਾ। ਜਿੱਦ ਨੂੰ ਗਲਤ ਦਿਸ਼ਾ ਮਿਲ ਜਾਵੇ ਤਾਂ ਉਹੀ ਜਿੱਦ ਉਹਨੂੰ ਬਰਬਾਦ ਵੀ ਕਰ ਦਿੰਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਜਿੱਦ ਅੱਛੀ ਚੀਜ਼ ਹੈ, ਪਰ ਜੇ ਸਹੀ ਦਿਸ਼ਾ ਮਿਲੇ, ਜੇ ਇਹਨੂੰ ਗਲਤ ਦਿਸ਼ਾ ਮਿਲ ਜਾਵੇ ਤਾਂ ਫਿਰ ਇਹ ਬਰਬਾਦ ਕਰ ਦਿੰਦੀ ਹੈ। ਇਸ ਲਈ ਸਾਡੀ ਜਿੱਦ ਹੀ ਸੀ, ਅਸੀਂ ਜਦੋਂ ਹੁਜਰੇ 'ਚ ਬਹਿ ਗਏ ਨਾ, ਇਹ ਕਿ ਹੁਣ ਪਾ ਕੇ ਨਿਕਲਣਾ ਬਾਹਰ, ਚਾਹੇ ਜੋ ਮਰਜ਼ੀ ਹੋ ਜਾਵੇ। ਵਾਕਿਆ ਹੀ ਉਹ ਜਿੱਦ ਹੀ ਇਨਸਾਨ ਨੂੰ ਉੱਥੇ ਤੱਕ ਲੈ ਜਾਂਦੀ ਹੈ। ਅਸੀਂ ਇੱਥੋਂ ਰਨਿੰਗ ਸ਼ੁਰੂ ਕਰਨੀ, ਸਾਡੀ ਜਿੱਦ ਹੁੰਦੀ ਸੀ 10 ਕਿਲੋਮੀਟਰ 'ਤੇ ਜਾ ਕੇ ਰੁਕਣਾ, ਜਿੱਦ ਹੁੰਦੀ ਸੀ ਸਾਡੀ, ਅਤੇ ਅਸੀਂ ਉੱਥੇ ਜਾ ਕੇ ਰੁਕਣਾ, ਕਿਉਂਕਿ ਜੇ ਰਸਤੇ 'ਚ ਰੁਕ ਗਏ ਤਾਂ ਅਸੀਂ ਆਪਣੇ ਆਪ ਨੂੰ ਕਹਿੰਦੇ ਸੀ ਹਾਲੇ ਕਮਜ਼ੋਰ ਹੈ। ਬਾਕੀ ਰੁਕ ਜਾਂਦੇ ਹੁੰਦੇ ਸੀ। ਅਨਵਰ ਇੱਕ ਮਗਰ ਦੌੜਦਾ ਰਹਿੰਦਾ ਹੁੰਦਾ ਸੀ, ਇਹ ਕਿ ਤੂੰ ਨਹੀਂ ਥੱਕਣਾ, ਕਹਿੰਦਾ ਮਾਲਕ ਮੈਂ 10 ਕਿਲੋਮੀਟਰ ਥੋੜ੍ਹੀ ਦੇਖਦਾ, ਮੈਂ ਤੁਹਾਨੂੰ ਦੇਖਦਾ ਜਾਂਦਾ, ਮਾਲਕ ਜਾ ਰਿਹਾ ਮੈਂ ਵੀ ਜਾਣਾ, ਕਹਿੰਦਾ ਤੁਹਾਨੂੰ ਦੇਖ ਕੇ ਮੈਂ ਤੁਰਿਆ ਰਹਿੰਦਾ। ਇਹ ਫਿਰ ਤਾਂ ਅੱਛੀ ਗੱਲ ਹੈ, ਕਿਉਂਕਿ ਜਿਹੜਾ ਕਿਲੋਮੀਟਰਾਂ ਵੱਲ ਦੇਖੇਗਾ ਉਹਦੇ ਅੰਦਰ ਹਾਲੇ ਇੱਕੋ ਹੀ ਹੋਇਆ, ਹਾਲੇ 2 ਹੀ ਹੋਏ। ਜਿਹਨੇ ਦੇਖਣਾ ਮਾਲਕ ਜਾ ਰਹੇ ਯਾਰ, ਮਗਰ ਹੀ ਜਾਣਾ ਇਹਨਾਂ ਨੇ, ਜਿੱਥੇ ਰੁਕਣਗੇ ਮੈਂ ਵੀ ਉੱਥੇ ਰੁਕਣਾ। ਫਿਰ ਇਨਸਾਨ ਉਹ ਸਫ਼ਰ ਦਾ ਨਹੀਂ ਪਤਾ ਲੱਗਦਾ ਕਿੰਨੇ ਕਿਲੋਮੀਟਰ। ਸੋ ਹੁਣ ਗੱਲ ਆ ਜੀ ਉੱਥੇ ਪੁਆਇੰਟ 'ਤੇ ਬਬਲੂ ਫਸ ਗਿਆ ਗੱਬੇ। ਜਿਹੜੇ ਬਬਲੂ ਫਸ ਗਿਆ ਤਾਂ ਕਹਿੰਦਾ ਬਚਾਓ। ਸਾਨੂੰ ਸੀਗਾ ਕਿ ਲੈ ਵੀ ਜੇ ਗਿਰ ਗਿਆ ਨਾ, ਇੰਨੀ ਉਚਾਈ ਤੋਂ ਗਿਰਿਆ ਤਾਂ ਮਰ ਜਾਣਾ, ਯਾਨੀ ਕੁਛ ਹੋ ਸਕਦਾ, ਇਹਨੂੰ ਲੱਤ ਬਾਂਹ ਨਾ ਟੁੱਟ ਜਾਵੇ ਇਹਦੀ। ਅਸੀਂ ਕੀ ਕਰੀਏ ਹੁਣ, ਕਿਉਂਕਿ ਇਹਨਾਂ ਦੇ ਕੈਪਟਨ ਅਸੀਂ ਹੁੰਦੇ ਸੀ, ਯਾਨੀ ਮੇਨ ਮੁਖੀ ਅਸੀਂ ਹੁੰਦੇ ਸੀ। ਇਸ ਲਈ ਅਸੀਂ ਬਾਕੀਆਂ ਨੂੰ ਕਿਹਾ ਖਿਆਲ ਰੱਖਿਓ ਤਾਂ ਹੀ ਹੁਣੇ ਆਏ,
ਅਸੀਂ ਦੌੜੇ ਗਏ। ਮਿੰਗਰੋਲ ਤੁਸੀਂ ਦੇਖਦੇ ਹੋ ਨਾ, ਇੱਥੇ ਰਾਜ ਉਹਨਾਂ ਦਾ ਘਰ ਹੈ, ਪ੍ਰਭਾਤ ਫੇਰੀ ਜਾਂਦੀ ਹੈ, ਤੁਸੀਂ ਦੇਖੋ ਰਸਤਾ ਉੱਚਾ ਹੈ ਤਾਂ ਘਰ ਨੀਵਾਂ ਹੈ, ਉਹ ਜਾਨੀ ਗਲੀ 'ਚੋਂ ਥੱਲੇ ਉਤਰ ਕੇ ਉਹ ਜਾਣਾ ਪੈਂਦਾ ਹੈ। ਤਾਂ ਉਸ ਵੇਲੇ ਉੱਥੇ ਕੀ ਸੀਗਾ, ਉਹ ਘਰ ਨੀਵਾਂ ਸੀ, ਟੈਂਟ ਲੱਗਾ ਸੀ, ਇੱਦਾਂ ਰੱਸੀ ਬੰਨੀ ਹੋਈ ਸੀ, ਠੀਕ ਹੈ, ਰੱਸੀ ਰਸਤੇ ਦੇ ਨਾਲ ਨਾ ਇੱਕ ਉੱਥੇ ਸਪੋਰਟ ਸੀ ਉਹਦੇ ਨਾਲ ਬੰਨੀ ਹੋਈ ਸੀ, ਟੈਂਟ ਲੱਗਾ ਸੀ। ਅਸੀਂ ਦੌੜੇ ਆਏ, ਕਿੱਦਾਂ ਬੁੱਲੂ ਨੂੰ ਕੱਢਾਂਗੇ, ਰੱਸੀ ਨਜ਼ਰ ਆਈ ਸਾਨੂੰ, ਅਗਰ ਰੱਸੀ ਖੋਲ ਲੈਂਦੇ ਅਸੀਂ ਇਹ ਨਹੀਂ ਦੇਖਿਆ ਟੈਂਟ ਇਹਦਾ ਵੱਜਾ ਹੋਇਆ, ਅਸੀਂ ਫਟਾਫਟ ਰੱਸੀ ਇੱਧਰੋਂ ਖੋਲੀ ਲੈ ਕੇ ਦੌੜ ਗਏ। ਬਬਲੂ ਨੂੰ ਰੱਸੀ ਸੁੱਟੀ, ਅਗਰ ਫੜ ਲਾ ਰੱਸੀ ਫੜੀ, ਖਿੱਚ ਲਿਆ ਉੱਪਰ ਨੂੰ, ਰੱਸੀ ਉੱਪਰ ਨੂੰ ਖਿੱਚ ਕੇ ਸ਼ੁਕਰ ਬਚ ਗਏ, ਬੜੀ ਸ਼ਾਨ ਨਾਲ ਹੀ ਤੁਰਿਓ। ਜਦੋਂ ਅੱਗੇ ਆ ਕੇ ਦੇਖਿਆ ਸਾਰਾ ਟੈਂਟ ਡਿੱਗਿਆ ਹੋਇਆ, ਰੱਸੀ ਕੌਣ ਲੈ ਗਿਆ ਖੋਲ ਕੇ ਦੀ, ਉਹੀ ਗੱਲ ਹੈ, ਫਸ ਗਏ ਹੁਣ ਫਸ ਗਏ। ਹੁਣ ਜੇ ਪਤਾ ਲੱਗ ਗਿਆ ਅਸੀਂ ਖੋਲੀ ਹੈ ਨਾ, ਕੰਮ ਖਰਾਬ ਹੋ ਜਾਣਾ। ਬਸ ਉਹ ਵਿਆਹ ਤਾਂ ਗਈ ਸੀ, ਉਹ ਤੋਂ ਬਸ ਤੇ ਉੱਪਰਲੇ ਮਾਮਿਆਂ ਤੋਂ ਦੌੜ ਗਏ ਅਸੀਂ, ਠੀਕ ਹੈ, ਇੱਥੇ ਖਾਓ ਪੀਓ ਜੋ ਖਾਣਾ, ਥੱਲੇ ਨਹੀਂ ਜਾਣਾ। ਸੋ ਇੱਦਾਂ ਹੁੰਦਾ ਸੀ, ਪਰ ਸਾਹਸ ਬਚਪਨ 'ਚ ਹੀ ਰੱਖੀ ਦਾ ਹੁੰਦਾ ਸੀ ਕਿ ਜਿਹੜਾ ਕੰਮ ਕਹਿੰਦੇ ਨਾ, ਪਰ ਉਸ ਵੇਲੇ ਕਰ ਲਈਦੇ ਸੀ ਇੱਦਾਂ ਦੇ ਕੰਮ। ਕਈ ਵਾਰ ਇੱਥੇ ਪਰਾਲੀ ਦੇ ਢੇਰ ਲੱਗੇ ਹੋਣ ਉੱਚੇ ਤੋਂ ਉੱਪਰੋਂ ਛਾਲਾਂ ਮਾਰਨੀਆਂ। ਇੱਕ ਵਾਰੀ ਕਿਹਦੀ ਧੌਣ ਠੋਕ ਗਈ ਸੀ, ਕਾਲੂ ਦੀ ਸ਼ਾਇਦ ਹੈ, ਕਾਲੂ ਦੀ ਧੌਣ ਠੋਕ ਗਈ ਸੀ, ਛਾਲਾਂ ਮਾਰੀ ਜਾਂਦੇ ਉੱਪਰੋਂ, ਠੀਕ ਹੈ, ਮਾਰਨੀ ਇੱਦਾਂ ਕਿ ਘੁੰਮ ਕੇ ਜਾਣਾ ਇੱਦਾਂ। ਉਹ ਦਰਅਸਲ ਉਸ ਵੇਲੇ ਕਾਉਂਟਰਾ ਗੇਮ ਇੱਕ ਹੁੰਦੀ ਸੀ, ਉਹ 'ਚ ਨਾ ਐਂ ਘੁੰਮ ਕੇ ਜਾਂਦਾ ਹੁੰਦਾ ਸੀ, ਐਂ ਇੱਦਾਂ ਮਾਰਨੀ ਹੈ ਸਾਰਿਆਂ ਨੇ। ਬਾਕੀ ਤਾਂ ਅਸੀਂ ਤਾਂ ਮਾਰੀ ਗਏ, ਕਾਲੂ ਦੀ ਵਾਰੀ ਆਈ ਤਾਂ ਸਿੱਧੀ ਧੌਣ ਹੀ ਵੱਜੀ, ਅੱਜ ਧੌਣ ਲੈ ਕੇ ਰੋਂਦਾ ਫਿਰੇ, ਠੀਕ ਹੈ। ਹੁਣ ਇਹਨੂੰ ਬੜੀ ਮੁਸ਼ਕਿਲ ਸੈੱਟ ਜਿਹਾ ਕੀਤਾ, ਇਹਨੂੰ ਧੌਣ ਖਿੱਚ ਕੇ ਉੱਪਰ। ਇੱਕ ਵਾਰ ਕਿਸੇ ਨੇ ਸਾਨੂੰ ਕਹਿਤਾ ਕਿ ਨਾ ਜਿਹੜਾ ਕਾਂ ਦਾ ਆਲਣਾ ਹੁੰਦਾ ਹੈ, ਇਹਦੇ 'ਚ ਸ਼ਕਤੀ ਹੁੰਦੀ ਹੈ, ਪਰ ਇਹਦੀ ਲੱਕੜ ਥੱਲੇ ਨਹੀਂ ਡਿੱਗਣੀ ਚਾਹੀਦੀ। ਬਸ ਇਹ ਕਿਹਾ ਸਾਨੂੰ। ਇੱਕ ਜੀਵ ਹੈ ਅੰਬ ਦਰਬਾਰ ਦਾ ਜੋ ਮਲਕੀਤ ਹੈ, ਉਹਦਾ ਬੇਟਾ ਸੀ ਬੜਕਾ, ਉਹਨੇ ਕਿਤੇ ਮਜ਼ਾਕ 'ਚ ਕਹਿ ਦਿੱਤਾ ਹੋਣਾ, ਪਰ ਅਸੀਂ ਨਿਆਣੇ ਇਹ ਸਮਝ ਲਿਆ ਸੱਚੀ ਹੋਣੀ ਉਹਦੀ ਸ਼ਕਤੀ, ਕਿਉਂਕਿ ਸ਼ਕਤੀ ਦਾ ਹੀ ਕਿ ਪਾਣੀ ਹੈ। ਇੱਥੇ ਸਫੈਦੇ ਹੁੰਦੇ ਸੀ, ਸਫੈਦੇ ਦੇ ਉੱਪਰ ਕਿਤੇ ਕਾਂ ਦਾ ਆਲਣਾ ਲੱਭਿਆ ਪਹਿਲਾਂ। ਹੁਣ ਕਾਵਾਂ ਦੇ ਵਿੱਚ ਏਕਤਾ ਬਹੁਤ ਹੁੰਦੀ ਹੈ, ਤੁਸੀਂ ਇੱਕ ਕਾਂ ਨੂੰ ਛੇੜੋ ਨਾ, ਹਜ਼ਾਰਾਂ ਹੀ ਕਾਂ ਇਕੱਠੇ ਹੋ ਜਾਂਦੇ ਉੱਥੇ। ਹੁਣ ਉੱਥੇ ਵੀ ਅਸੀਂ ਬਾਕੀਆਂ ਮੁੰਡਿਆਂ ਨੂੰ ਕਿਹਾ ਚਾਦਰ ਫੜ ਲਓ, ਕਿਉਂਕਿ ਕਿਹਾ ਕਿ ਆਲਣੇ ਦਾ ਇੱਕ ਵੀ ਤੀਲਾ ਥੱਲੇ ਨਹੀਂ ਡਿੱਗਣਾ ਚਾਹੀਦਾ। ਅੱਛਾ, ਉਦੋਂ ਅਨਵਰ ਸੀਗਾ ਨਾਲ, ਤੂੰ ਨਾਲ ਸੀਗਾ ਉਦੋਂ, ਤੇ ਠੀਕ ਹੈ। ਉਦੋਂ ਵੀ ਅਸੀਂ ਪੇੜ ਤੇ ਪਤਾ ਕਿਹਨੂੰ ਚੜਾਇਆ, ਕਾਲੂ ਨੂੰ। ਮੇਰਾ ਕਾਲੂ ਹੀ ਫਸਦਾ ਹੁੰਦਾ, ਕਾਲੂ ਪੇੜ ਤੇ ਤੂੰ ਚੜਨਾ, ਯਾਦ ਰੱਖੀ ਇੱਕ ਵੀ ਤੀਲਾ ਨਹੀਂ ਡਿੱਗਣਾ ਚਾਹੀਦਾ ਜ਼ਮੀਨ ਤੇ। ਕਾਂ ਦਾ ਖੜ ਕੇ ਸਿੱਟਣਾ ਹੈ ਤਾਂ ਚਾਦਰ ਵਿੱਚ ਡਿੱਗਣਾ ਚਾਹੀਦਾ ਕੱਖ। ਬਾਕੀ ਸਾਰਿਆਂ ਨੂੰ ਇੱਦਾਂ ਖੜੇ ਕੀਤਾ ਹੱਥ ਲੈ ਕੇ ਕਿ ਜੇ ਮਾੜਾ ਮੋਟਾ ਤੀਲਾ ਡਿੱਗੇ ਵੀ ਤਾਂ ਥੱਲੇ ਨਾ ਡਿੱਗੇ, ਛਾਲ ਮਾਰ ਕੇ ਫੜ ਲੈਣਾ। ਜਿੱਦਾਂ ਕ੍ਰਿਕਟ ਦੇ ਵਿੱਚ ਗੇਂਦ ਫੜਦੇ, ਸਾਰੇ ਖੜ ਗਏ। ਸੱਚੀਆਂ ਘਟਨਾਵਾਂ ਦੱਸ ਰਹੇ ਹਾਂ ਤੁਹਾਨੂੰ। ਇਹਨਾਂ ਜਦੋਂ ਨਾ ਚੜ੍ਹਨਾ ਸ਼ੁਰੂ ਕੀਤਾ ਤਾਂ ਕਾਂ ਇਕੱਠੇ ਹੋ ਗਏ, ਠੁੰਗੇ ਮਾਰਨ ਲੱਗ ਪਏ। ਇਹ ਬਸ ਥੱਲੇ ਆ ਗਿਆ, ਕਾਂ ਬੜੇ ਤੰਗ ਕਰਦੇ ਆ। ਇਹ ਕਹਿੰਦਾ ਪਤੀਲੀ ਚੱਕ ਕੇ ਲਿਆ, ਪਤੀਲੀ ਸਿਰ 'ਚ ਪਾਈ ਕਿ ਸਿਰ ਤੇ ਠੁੰਗੇ ਮਾਰਦੇ ਨੇ। ਠੀਕ ਹੈ, ਕਰਨਾ ਤਾਂ ਕਰਨਾ ਹੀ ਹੈ, ਚਾਹੇ ਕਾਂ ਇੱਕ ਹੋਵੇ ਚਾਹੇ ਹਜ਼ਾਰਾਂ ਹੋਣ। ਆਲਣਾ ਚਾਹੀਦਾ, ਸਾਨੂੰ ਚਾਹੀਦਾ, ਜੋ ਮਰਜ਼ੀ ਹੋ ਜਾਵੇ। ਫਿਰ ਚੜਾਤਾ ਇਹਨੂੰ, ਔਰ ਵਾਕਿਆ ਇਹਨਾਂ ਹਿੰਮਤ ਦਿਖਾਈ। ਸਫੈਦੇ ਤੇ ਚੜ੍ਹਨਾ ਹੀ ਪਹਿਲਾਂ ਬੜੀ ਔਖੀ ਗੱਲ ਹੈ, ਪਰ ਪਤਾ ਨਹੀਂ ਕਿੱਦਾਂ ਚੜ੍ਹ ਗਿਆ। ਚੜ੍ਹਿਆ ਇੱਦਾਂ ਫੜ ਕੇ ਇਹ ਚੜ੍ਹ ਜਾ ਸਾਨੂੰ ਆਲਣਾ ਚਾਹੀਦਾ। ਜਾ ਕੇ ਉੱਪਰੋਂ ਵਿਚਾਰੇ ਨੇ ਆਲਣਾ ਲਾਇਆ, ਥੱਲੇ ਸੁੱਟਿਆ, ਐਨ ਪੂਰੀ ਚਾਦਰ ਵਿੱਚ ਲਿਆਂਦਾ। ਉਹ ਚਾਦਰ ਨੂੰ ਇੱਦਾਂ ਲਪੇਟਿਆ, ਕਿਉਂਕਿ ਅੱਗੇ ਉਹਨਾਂ ਕਿਹਾ ਸੀ ਕਿ ਇੱਦਾਂ ਨਾ ਜਿਹੜੇ ਆਲਣਾ ਲਾ ਲੈਣਾ, ਥੱਲੇ ਨਹੀਂ ਡਿੱਗਣਾ ਚਾਹੀਦਾ ਕੋਈ ਕੱਖ। ਫਿਰ ਇਹਨੂੰ ਵਗਦੇ ਪਾਣੀ 'ਚ ਸੁੱਟਣਾ। ਜਦੋਂ ਵਗਦੇ ਪਾਣੀ 'ਚ ਸੁੱਟਣਾ, ਫਿਰ 'ਚੋਂ ਕੋਈ ਚੀਜ਼ ਨਿਕਲ ਕੇ ਦੌੜਨੀ, ਉਹਨੂੰ ਫੜਨਾ। ਫਿਰ ਉਹ ਚੀਜ਼ ਚਮਤਕਾਰ ਕਰਦੀ ਹੈ, ਫਿਰ ਚਮਤਕਾਰੀ ਸ਼ਕਤੀਆਂ ਆ ਜਾਂਦੀਆਂ। ਠੀਕ ਹੈ, ਅਸੀਂ ਲੈ ਕੇ ਇੱਧਰ ਉੱਧਰ ਚਲੇ ਗਏ। ਤਾਂ ਇੱਦਾਂ ਸੀਗਾ ਕਿ ਖੇਤਾਂ ਨੂੰ ਪਾਣੀ ਲਾਉਣ ਨੂੰ ਨਾ ਇੱਕ ਸਰਕਾਰੀ ਆਲਾ ਜਿਹਾ ਬਣਾਇਆ ਸੀ ਉਹਨਾਂ ਨੇ। ਬਸ ਅਸੀਂ ਇਹਨਾਂ ਨੂੰ ਸਾਰਿਆਂ ਨੂੰ 4 ਖੇਤਰ ਖੜੇ ਕਰਦੇ, 4 ਖੇਤਰ ਇੱਦਾਂ। ਧਿਆਨ ਰੱਖਿਓ, ਬੜੀ ਮਿਹਨਤ ਕੀਤੀ ਹੈ। ਕੱਖ ਵਿੱਚ ਪਾਣੀ ਹੈ, ਕੋਈ ਚੀਜ਼ ਨਿਕਲ ਕੇ ਦੌੜੇ ਫੜ ਲਿਓ, ਜਾਣੀ ਨਹੀਂ ਚਾਹੀਦੀ ਕਿਤੇ।
लै भी सारे इधर 10 5-7 इधर खड़ गए 5-7 उधर खड़ गए असी नहीं दूजा कख चक्के चादर चो चक चक के पाइए क्योंकि उन्हें पाना बिच एक चीज़ निकल के दौड़नी उन्हें फड़ना बस सारे कख काने पा देते चीज़ दौड़ी नहीं है बस बस ये क्या चलो कां का आलना ला लिया हम एक बंदे का होर आलना लाना आने गेट के बाहर बैठा सी ये जिन्ने 10-12 जने सी ना फड़ के जिथे पैंदी भैन दे आ कुटिया फड़ के उन्होंने बाद रोंदा रोंदा बड़े मालका को चला गया मालको संदन बहुत मारिया शाह जी बोले शाह जी कहते होंगे सन शाह जी के साथियों ने मैंने बहुत मारे तो रोंदा रोंदा गया ये मालका नूं कहा क्या जो पूछे आखिर बेटा क्यों मारिया कहने पूछो किहड़ियां सलाह दिंदा सी आउंदा लाना लाओ वो शक्ति होंगी है क्या सानू टूणा करना सिखाता सी इदा भी काम सीखता है इतने रह के भीजे नूं करनू अपने शक्तियां आंदियां है इदा करता उदा करता है शक्तियां निकलदियां इदा ये तो ऐसी सी समझ गए किसी होर नूं पुठियां सलाह देगा मरेगा ना वो सलाह तो ओदी सी ना फिर मालका ने सानू भी समझाया कि इदा किसी को मारना नहीं उन्होंने भी समझाया कि इदा दियां कहंदा मैं तो मजाक किया ये मजाक ना कालू की जान ले लेनी सी इदा मजाक थोड़ी करना कि किसी जान चली जाए सो मजाक भी करो अच्छा करो बचपन तो ये शक्तियां बहुत लभदे हुंदे थे और करना ये शक्ति चाहिए अच्छा करके देखते और फिर पता लगा कि सारिया शक्तियां इंसान के अंदर ही है बाहर कितने है इसलिए अपने आप को स्ट्रॉन्ग बनाते अपने मालिक पर विश्वास करते अपने मालिक का सिमरन करते अपने अंदर खोजते हैं तो फिर शक्तियों की प्राप्ति होती है सारी क्योंकि जो ब्रह्मंडे सोई पिंड सब कुछ तो पिंड च ही है शरीर च ही अंदर ही है इसे समझना है इनू जानना है सो इदा के बचपन के कई असी जो भी सोची तो कहते साडा बचपन वाकई भी मज़ा आ गया वाकई ये बचपन इसलिए शुक्रिया करीदा धन्यवाद करीदा अपने मालिक का परमात्मा का कि अगर इस नगर च इस इलाके च ऐसे माता पिता के घर च जन्म देने लिए धन्यवाद क्योंकि जो इदा के हालात इदा के समय जो अजकल के समय जन्म होंगे तो शायद अभी भी मोबाइल की गेम TV बह के गेमां खेडते होने से पर वो जन्म मिले कि असी हर गेम का फुटबॉल हॉकी कराटे बॉक्सिंग तैरना किहड़ी चीज़ नहीं आ डैम के ना मिंगरोल डैम है वो पानी बड़ा गहरा होंदा सी उत्थे तैरना भी लोग डरते होंगे सी पर असीं पता की करना अभी तैरना तो अनवर नूं पिठ ते बिठा के ना चल तेनूं झूटा देईए सोच लो तुहाडे सामने बैठा छोटा होंदा सी भाई इहनूं पिठ ते बिठा के डैम दे विच चल जाना एक बारी तो पुष्पा रोण ही लग पई इत्थे बैठी होनी है असीं तैरन गए ठीक है डूंगे पैर यही डर सानू होना चाहिए असीं बाहर खड़े डरी जाने फिर रोना शुरू कर दिता इस करके डर तो होनी चाहिए पर असीं रिस्क ले लेंदे सी तुहानूं कहंदे रिस्क नहीं लैणे थोड़ा चीज़ का ख्याल रखें क्योंकि बचपन के बड़ा आनंद लिया हर चीज़ का बड़ा आनंद लिया इत्थे तक कि सट्टां चोटां ही बड़ियां लवाइयां पर एक गल हुंदी सी साडे सट चोट लगदी सी ना असीं वो नहीं करते सी कि दिल छड्ड के बह गए अगे अगे तो नहीं करना अगे तो दुगने जोश ना करते सी असीं ठीक है ना एक बार इत्थे कंध हुंदी सी पिछे एक घर भी हुंदा सी तुसीं जाणदे ही हो कि पहले की गल है हुण तां चलो इत्थे दीवार हुंदी सी ते इत्थे एक कमरा भी हुंदा सी ठीक है ना जिन्होंने गुरदयाल का कमरा कहा जाता सी उस वेले गुरदयाल कमरे च रहिंदा हुंदा सी शायद ना ਉਹਦੇ ਨਾਲ ही एक कुलीए हुंदी सी जिथे पट्ठे कुतरन वाली मशीन हुंदी सी शायद सानूं ਉਹਦੇ ਨਾਲ ही दीवार पिपल का पेड़ एक थड़ा बनिया हुंदा सी एक दिन बरसात हुई असीं सारे लुकण मिची खेडते सी छोटे छोटे लुकण मिची खेडते बरसात असीं दौड़े जा रहे हैं कि कंध के उपर दौड़ के ना इन्नी कंध ये तो दौड़ के जाके कोठे की छत जाके लुक जाना
क्योंकि एक दी बारी दी सी अखा बंद करके तू 15-20 तक गिनना है फिर लभना तू सानू। बाकी सारे लोग असी कंन तो दौड़े जा रहे हैं, बरसात हो गई, अठी सी तिलकण सी, साडा पैर फिसलिया थल्ले ना। उस वेले इत्थे दरबार ते काम चलदा पिया सी, अंदर सरिये कट के रखे हुए सी, छोटे ਜਿਹੇ ਸੀ ਹੁੰਦੇ ਸੀ। ਜਦੋਂ ਡਿੱਗੇ तो एक सरिया इदां सी साडी लत्त 'ਚ एक पासे जाके दूजे पासे निकल गया। हाले भी निशान ਹੁਣ कदी रूहानी ਨੂੰ ਦਿਖਾਈਦਾ ਸੀ ਤੇ रूहानी सट लगदी ना, ਪੁੱਤ ਸਾਡੇ ਤੈਨੂੰ ਪਤਾ? ਹਾਂ ਮੈਨੂੰ ਪਤਾ ਸਰੀਆ ਲੱਗਾ ਸੀ ਪਰ ਤੁਸੀਂ ਰੋਏ ਨਹੀਂ। ਠੀਕ ਹੈ, ਤੂੰ ਕਿਹਦੀ ਬੇਟੀ ਹੈ? ਫਿਰ ਤੁਹਾਡੀ। ਫਿਰ ਰੋਣਾ ਨਹੀਂ, ਠੀਕ ਹੈ। ਉਹ ਗੜ੍ਹ ਵਾਲਾ ਮਿਸਤਰੀ ਅਸੀਂ ਥੱਲੇ ਡਿੱਗੇ, ਲੱਤ 'ਚੋਂ ਲਹੂ ਨਿਕਲਿਆ। ਗੜ੍ਹ ਵਾਲਾ ਮਿਸਤਰੀ ਨੇ ਦੇਖ ਲਿਆ, ਇੱਧਰੋਂ ਆਉਂਦਾ ਪਿਆ ਸੀ। ਉਹ ਦੇਖਿਆ ਸਾਨੂੰ ਸਾਹਮਣੇ ਡਿੱਗਾ, ਦੌੜ ਕੇ ਆਇਆ, ਉਹਨਾਂ ਫਟਾਫਟ ਸਰੀਏ ਨੂੰ ਖਿੱਚ ਕੇ ਕੱਢ ਦਿੱਤਾ। ਉਹ ਨਾਲ ਹੀ ਰੁਮਾਲ ਜਿਹਾ ਲੈ ਕੇ ਫਟਾਫਟ ਲਪੇਟ ਦਿੱਤਾ ਔਰ ਸਾਨੂੰ ਸਹਾਰਾ ਦੇ ਕੇ ਮੰਮੀ ਉਹਨਾਂ ਕੋਲ ਲੈ ਗਿਆ। ਮੰਮੀ ਨੇ ਕਹਿੰਦੇ ਫੇਰ ਸੱਟ ਲਵਾ ਲਈ। ਠੀਕ ਹੈ, ਉਹਨਾਂ ਨੂੰ ਪਤਾ ਸੀ ਇਲਤਾ ਕਰਦੇ ਰਹਿੰਦੇ, ਸੱਟਾਂ ਲਵਾਉਂਦੇ ਰਹਿੰਦੇ ਹੈ। ਤਾਂ ਉਹਨਾਂ ਨੇ ਕਿਹਾ ਸਰੀਆ। ਉਹ ਕਹਿੰਦੇ ਤੇਰੇ ਸਰੀਆ ਲੱਗਿਆ? ਤੂੰ ਮੈਂ ਕਿਹਾ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ ਮੰਮੀ, ਫਿਕਰ ਨਾ ਕਰੋ। ਕਿਉਂਕਿ ਸਾਨੂੰ ਇਹ ਸੀ ਕਿ ਜੇ ਜ਼ਿਆਦਾ ਕੇਅਰ ਹੋਵੇ ਤਾਂ ਚਪੇੜਾਂ ਪੈਣੀਆਂ ਸਾਨੂੰ। ਸਰੀਏ ਦੀ ਤਾਂ ਤਕਲੀਫ ਹੈਗੀ, ਮੰਮੀ ਉਹਨਾਂ ਨੂੰ ਕੁੱਟਣਾ ਵੀ ਹੈ, ਸੱਟਾਂ ਲਵਾਈ ਜਾਂਦਾ ਤੂੰ ਆਪਣੇ। ਕਈ ਵਾਰ ਹੋ ਜਾਂਦਾ ਨਾ ਮਾਂ ਗੁੱਸੇ 'ਚ। ਹੈ ਠੀਕ ਹੈ, ਨਹੀਂ ਕੁਛ ਨਹੀਂ ਹੋਇਆ ਜੀ, ਠੀਕ ਹੈ ਠੀਕ ਹੈ। ਸੋ ਇੱਦਾਂ ਤੁਹਾਡੀ ਹਿੰਮਤ ਹੋਣੀ ਚਾਹੀਦੀ ਹੈ ਨਾ, ਇੱਦਾਂ ਤੁਹਾਡੇ ਅੰਦਰ ਇੱਕ ਹੋਣਾ ਚਾਹੀਦਾ ਹੈ ਕਿ ਅਸੀਂ ਮਾੜੀ ਮਾੜੀ ਦਰਦ ਨੂੰ, ਪੀੜਾ ਨੂੰ ਦੇਖ ਕੇ ਅਸੀਂ ਆਪਣੀ ਅੰਦਰਲੀ ਜਿਹੜੀ ਸਾਡੇ ਅਪਾਰ ਸ਼ਕਤੀ ਬੈਠੀ ਹੋਈ ਹੈ ਅਸੀਂ ਉਹਨੂੰ ਕਮਜ਼ੋਰ ਬਣਾ ਦਿੰਦੇ ਹਾਂ। ਤੁਸੀਂ ਆਪਣੇ ਅੰਦਰ ਇੱਕ ਹਿੰਮਤ ਰੱਖੋ। ਅੱਜ ਕਈ ਵਾਰ ਦੇਖਿਆ ਕਿ ਬੰਦੇ ਦੇ ਮਾੜੀ ਜਿਹੀ ਸੱਟ ਲੱਗਦੀ ਹੈ, ਮਾੜਾ ਜਿਹਾ ਲਹੂ ਨਿਕਲ ਆਉਂਦਾ ਹੈ ਤਾਂ ਬੰਦਾ ਘਬਰਾ ਜਾਂਦਾ ਹੈ, ਚੱਕਰ ਆਉਣ ਨੂੰ ਫਿਰਦੇ, ਡਿੱਗਣ ਨੂੰ ਫਿਰਦਾ ਹੈ, ਰੋਣ ਲੱਗ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਇਹ ਚੀਜ਼ਾਂ ਜਿਹੜੀਆਂ ਹੈ ਇਹ ਸਾਡੇ ਜੀਵਨ ਦਾ ਫਿਰ ਆਨੰਦ ਲੈਣਾ ਨਾ। ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸੱਟ ਲਵਾਓ, ਖੂਨ ਕਢਾਓ ਤਾਂ ਫਿਰ ਹੱਸੋ, ਨਹੀਂ। ਅਸੀਂ ਇਹ ਕਹਾਂਗੇ ਕਿ ਜੇ ਜੀਵਨ 'ਚ ਕੁਛ ਹੁੰਦਾ ਵੀ ਹੈ, ਕੋਈ ਤਕਲੀਫ ਦੁੱਖ ਆਉਂਦੀ ਵੀ ਹੈ, ਤਾਂ ਫਿਰ ਉਹਨੂੰ ਇੰਨਾ ਸਾਡੇ ਅੰਦਰ ਮਜ਼ਬੂਤੀ ਹੋਣੀ ਚਾਹੀਦੀ ਕਿ ਅਸੀਂ ਉਹਨੂੰ ਸੋਲਵ ਕਰਨਾ ਹੈ, ਨਾ ਕਿ ਡਰ ਕੇ ਹਿੰਮਤ ਹਾਰ ਕੇ ਮੁੜ ਕੇ ਨਹੀਂ ਮੈਂ ਆਹ ਕੰਮ ਕਰਨਾ, ਮੁੜ ਕੇ ਨਹੀਂ ਮੈਂ ਇੱਦਾਂ ਕਰਨਾ, ਡਰ ਕੇ ਬਹਿ ਜਾਣਾ। ਨਹੀਂ, ਬਲਕਿ ਅਗਲੀ ਵਾਰ ਨੂੰ ਹੋਰ ਸਟਰੋਂਗ ਹੋ ਕੇ ਬੈਟਰ ਕਰੋ, ਅੱਛੀ ਤਰ੍ਹਾਂ ਕਰੋ, ਤਾਂ ਕਿ ਪਹਿਲਾਂ ਮੈਂ ਚੋਟ ਖਾ ਲਈ ਪਰ ਹੁਣ ਮੈਂ ਅੱਛਾ ਕਰਨਾ ਹੈ ਔਰ ਬਿਨਾਂ ਚੋਟ ਤੋਂ ਸਹੀ ਤਰ੍ਹਾਂ ਨਾਲ ਕਰਕੇ ਸਫਲ ਹੋਣਾ ਹੈ। ਉਹ ਜ਼ਿੰਦਗੀ ਹੈ। ਸਮਝ ਆ ਗਈ ਸਾਰਿਆਂ ਨੂੰ? ਇਸ ਲਈ ਜੀਵਨ ਦਾ ਆਨੰਦ ਲਓ, ਕਿਉਂਕਿ ਜੀਵਨ 'ਚ ਬੜਾ ਆਨੰਦ ਹੈ, ਬੜੀਆਂ ਖੁਸ਼ੀਆਂ ਹੈ, ਬੜਾ ਕੀ ਦੱਸ ਸਕਦੇ ਤੁਹਾਨੂੰ, ਸ਼ਬਦ ਬੜੇ ਛੋਟੇ ਹੋ ਜਾਂਦੇ ਹੈ। ਪਰ ਜ਼ਿੰਦਗੀ 'ਚ ਉਸ ਮਾਲਿਕ ਨੇ ਖੁਸ਼ੀ, ਆਨੰਦ ਬਹੁਤ ਬੜਾ ਰੱਖਿਆ ਹੋਇਆ ਹੈ। ਇਸ ਲਈ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਉਸ ਮਾਲਿਕ ਦਾ ਇਹ ਜ਼ਿੰਦਗੀ ਦੇਣ ਲਈ, ਇਹ ਸਮਝ ਦੇਣ ਲਈ ਕਿ ਅਸੀਂ ਜੀਵਨ ਦੇ ਹਰ ਪਲ ਨੂੰ ਆਨੰਦ ਦੇ ਨਾਲ ਬਤੀਤ ਕਰ ਰਹੇ ਹਾਂ, ਜੀਵਨ ਦੇ ਹਰ ਪਲ ਨੂੰ ਆਨੰਦਮਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਮਝ ਦੇ ਨਾਲ ਹੀ ਹੁੰਦਾ ਜੇ ਉਹ ਰੱਬ ਦੇਵੇ। ਇਹ ਸ਼ੁਕਰ ਹੈ ਇਹ ਹਿੰਮਤ ਦੇਣ ਲਈ, ਸ਼ੁਕਰ ਹੈ ਉਸ ਮਾਲਿਕ ਦਾ ਸਾਨੂੰ ਹੌਸਲਾ ਦੇਣ ਲਈ, ਸਾਹਸ ਦੇਣ ਲਈ, ਸਾਨੂੰ ਇਹ ਨਿਡਰਤਾ ਦੇਣ ਲਈ। ਔਰ ਆ ਜਿਹੜਾ ਸਭ ਤੋਂ ਬੜਾ ਡਰ ਹੁੰਦਾ ਸੀ ਸਾਡੇ ਅੰਦਰ ਨਾ, ਮਾਈਕ ਦਾ, ਸਮਝਦੇ ਹੋ ਕਿ ਨਹੀਂ? ਪਹਿਲਾਂ ਅਸੀਂ ਚਾਹੁੰਦੇ ਹੁੰਦੇ ਸੀ ਮਾਈਕ ਸਾਡੇ ਸਾਹਮਣੇ ਨਾ ਕੋਈ ਰੱਖੇ, ਕੋਈ ਬੋਲਣ ਨੂੰ ਨਾ ਸਾਨੂੰ ਕਵੇ, ਅਸੀਂ ਜਾਣ ਕੇ ਕਰ ਲੱਪਣਾ ਅੱਜ ਸਾਡੀ ਸਿਹਤ ਨਹੀਂ ਠੀਕ, ਅੱਜ ਸਾਨੂੰ ਚੱਕਰ ਜਿਹੇ ਆਉਂਦੇ ਹੈ, ਅੱਜ ਇੱਦਾਂ ਠੀਕ ਹੈ। ਬੜੇ ਮਾਲਕਾਂ ਜਾਣ ਤੋਂ ਬਾਅਦ ਸਾਨੂੰ ਸਭ ਤੋਂ ਬੜੀ ਇਹੀ ਸੀਗਾ ਕਿ ਉਹ ਸਤਸੰਗ ਕਿੱਦਾਂ ਕਰਾਂਗੇ, ਅਸੀਂ ਬੋਲਾਂ ਕਿੱਦਾਂ, ਕਿਉਂਕਿ ਮਾਈਕ। ਪਰ ਫਿਰ ਆਪਣੀ ਇਸੇ ਕਮੀ ਨੂੰ, ਇਸੇ ਕਮਜ਼ੋਰੀ ਨੂੰ ਅਸੀਂ ਫੈਸਲਾ ਕਰ ਲਿਆ, ਹੁਣ ਇਸੇ ਕਮਜ਼ੋਰੀ ਨੂੰ ਆਪਣੀ ਸ਼ਕਤੀ ਬਣਾਇਆ ਅਸੀਂ। ਪਹਿਲਾਂ ਹੀ ਮਾਈਕ ਫੜਨ ਤੋਂ ਡਰਦੇ ਸੀ, ਹੁਣ ਮਾਈਕ ਛੁੱਟਦਾ ਹੀ ਨਹੀਂ ਸਾਡੇ ਹੱਥੋਂ। ਹੁਣ ਕਹਿਣਾ ਪੈਂਦਾ ਮਾਲਕੋ ਘੰਟਾ ਹੋ ਗਿਆ ਬਸ ਕਰੋ, 2 ਘੰਟੇ ਹੋ ਗਏ ਬਸ ਕਰੋ। ਪਰ ਇਹ ਕਹਿੰਦੇ ਬੁਲਾਈ ਜਾਓ, 24 ਘੰਟੇ ਬੁਲਾਈ ਜਾਓ, ਕਿਉਂਕਿ ਅਸੀਂ ਕੋਈ ਡਰ ਹੈ ਨਾ ਤੇ ਜਿੱਤ ਹਾਸਲ ਕਰਨੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕਈ ਵਾਰ ਅਸੀਂ ਇਹਨਾਂ ਨੂੰ ਵੀ ਕਹੀਦਾ ਹੈ, ਅਨਾਊਂਸਮੈਂਟ ਤੁਸੀਂ ਕਰ ਦਿਆ ਕਰੋ ਮੁੰਡਿਓ, ਲੱਭਦੇ ਰਹਿੰਦੇ ਹੋ ਗਿਆਨੀ ਆਵੇ, ਗਿੱਲ ਆਵੇ, ਅਨਾਊਂਸਮੈਂਟ ਕਰੇ। ਤੁਸੀਂ ਮਾੜਾ ਜਿਹਾ ਕਹਿ ਦਿੱਤਾ ਮਾਲਕ ਆ ਰਹੇ, ਖੜੇ ਹੋ ਜਾਵੇ, ਸੰਗਤ ਖੜੀ ਹੋ ਜਾਵੇ ਜਾਂ ਲਾਈਨ ਲਗਾ ਲਓ। ਕਈ ਵਾਰ ਇੱਕੋ ਬੰਦਾ ਕੋਈ ਸੇਵਾਦਾਰ ਨੂੰ ਆਪਣੇ ਫਰਿਆਦਾਂ ਬਾਰੇ ਸਮਝਾ ਰਿਹਾ ਹੈ, ਕੋਈ ਕਿਸੇ ਨੂੰ ਸਤਸੰਗ ਨੋਟ ਕਰ ਰਿਹਾ, ਕੋਈ ਕੁਛ ਕਰ ਰਿਹਾ, ਵੀ ਕੋਈ ਹੋਰ ਡਰ ਲੱਗਦਾ ਹੈ। ਜਿੱਤਣਾ ਕਦੋਂ ਡਰਨਾ? ਕੋਸ਼ਿਸ਼ ਕਰਾਂਗੇ, ਪ੍ਰੈਕਟਿਸ ਕਰਾਂਗੇ, ਮਿਹਨਤ ਕਰਾਂਗੇ ਤਾਂ ਫਿਰ ਹੀ ਡਰ ਕੇ ਆਗੇ ਜੀਤ ਹੈ। ਸਮਝਦੇ ਹੋ ਕਿ ਨਹੀਂ? ਔਰ ਵੈਸੇ ਵੀ ਮਾਲਕਾਂ ਦੇ ਪਿਆਰੇ ਜਿਹੜੇ ਡਰਦੇ ਨਹੀਂ ਹੈ, ਡਰ ਨੂੰ ਜਿੱਤ ਕੇ ਉਹ ਅੱਗੇ ਵੱਧਦੇ ਹੈ, ਕਿਉਂਕਿ ਜ਼ਿੰਦਗੀ 'ਚ ਅੱਗੇ ਵਧਣਾ ਹੈ। ਤਾਂ ਫਿਰ ਜਿੱਦਾਂ ਦੱਸਿਆ ਹੈ ਕਿ ਜੀਵਨ 'ਚ ਉਹੀ ਆਨੰਦ ਲੈ ਪਾਉਂਦੇ ਆ ਜਿਹੜੇ ਸਾਹਸੀ ਹੋਣ, ਜਿਹੜੇ ਨਿਡਰ ਹੋਣ, ਜਿਹੜੇ ਹਮੇਸ਼ਾ ਆਨੰਦ ਨੂੰ, ਖੁਸ਼ੀ ਨੂੰ
हासिल करने वाले होणगे ही आनंदित खुश होना है, आनंद लेना जिंदगी के हर पल का। ये नहीं कि माड़ी माड़ी गल ते झगड़े करी जाइए, लड़ी जाइए, दूजिया का नुक्स कड्ढी जाइए, दूजिया नूं तकलीफां देई जाइए। नहीं, अपने जीवन में भी आनंदमय बनाओ तो दूजे के जीवन में भी आनंद दे रंग भरो, फिर जिंदगी जिंदगी है। समझ आ गई सारिਆਂ ਨੂੰ? सो अज बड़ा आनंद लिया तुसीं सारिਆਂ ने। अज थोड़ा अद्धा घंटा तां ज़्यादा बह गए असीं कि कल की प्रभात फेरी तो घंटियां जी है, इसलिए कल सवेरे 5 बजे प्रभात फेरी आरंभ होएगी, क्योंकि तुहानूं पता ही है कि कल सर्व सांझा सत्संग पिंड टक्के विखे है, इसलिए वो वास्ते भी फिर समय सिर रवानगी करनी है। हज़ारों की गिनती जिथे भी संगत पहुँचती है, और जोड़े जीव इत्थों जाने वाले है जिन्होंने कोई साधन है, कोशिश करो कि वह भी इस सत्संग का आनंद लो, क्योंकि सालाना सत्संग है। तो पूरा पूरा कल उत्थे पहुँच के भी आनंद लीए और प्रभात फेरी भी पूरा आनंद लीए। इसलिए हुण प्रोग्राम की इत्थे समाप्ति करिए, और कल सवेरे मॉर्निंग 5 बजे वंदना होएगी, और वंदना तो बाद फिर प्रभात फेरी की शुरुआत होएगी, और प्रभात फेरी की समाप्ति तो बाद फिर तैयारी होएगी टक्के जाने की। ठीक है, समझ आ गई सारे नूं? सो टाइम नाल रेस्ट करियो, आराम करियो, और सवेरे टाइम नाल उठ के वंदना के समय वंदना वाली गड्डी को पहुँच के वो आनंद लेना है। सो खुश रहो, हिम्मत नूं, हौसले नूं, साहस नूं, विश्वास नूं वधाओ, और हमेशा याद रखो कि ऐसी डरना नहीं है, क्योंकि मेरा मालिक मेरे, बस इस चीज़ पर विश्वास रखना है। यही चीज़ शक्ति देने वाली है, यही विश्वास सानू ताकत देने वाला, यही विश्वास सानू कामयाब करने वाला है। सो मालिक तुहानू खुशियां देन, कामयाबी देन, और मालिक की रहमत साडा आशीर्वाद हमेशा तुहाडे नाल है। जय मालिका दी।